ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਨਿਤ ਧਿਆਵੋ ਜੀ ਹਿਰਦੈ ਨਿਤ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਗਨਨ ਕੇ ਨਾਸਕ ਵਿਗਨਨ ਕੇ ਨਾਸਕ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਜੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਤ ਆਨ ਬਹੁ ਕਰ ਕਰ ਹੇਤੂ ਅਸਨ ਖੁਆਵਹਿ ਮਦਰ ਸਮੇਤੂ ਦੁਰਬਲ ਭਾ ਤਵ ਤਾਤ ਸਰੀਰਾ ਕਿਉ ਨਾ ਕਹੋ ਨਿਜ ਰੁਜ ਕੀ ਪੀਰਾ ਮਾਤ ਆਨ ਬਹੁ ਕਰ ਕਰ ਹੇਤੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਪੂਰਨ ਪਰਮੇਸ਼ਰ ਸਤਿਗੁਰੂ ਗਰੀਬ ਨਿਵਾਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਪਤਿਤ ਪਾਵਨ ਭਗਤ ਵਛਲ ਮੇਰਾ ਵੈਦ ਗੁਰੂ ਗੋਵਿੰਦਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ। ਆਪ ਸੰਗਤਾਂ ਨੇ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਦੇ ਸਮੇਂ ਤੋਂ ਹਾਜ਼ਰੀਆਂ ਭਰੀਆਂ ਹਨ। ਬੇਅੰਤ ਸੰਗਤਾਂ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਕੇ ਸੰਗਤ ਕਰਕੇ ਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਜੋ ਆਪਾਂ ਗੁਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਦੇ ਆ ਰਹੇ ਹਾਂ, ਹੁਣ ਉਸ ਦਾ ਸਮਾਂ ਹੋਇਆ ਹੈ। ਆਪ ਸੰਗਤਾਂ ਨੇ ਕੱਲ੍ਹ ਦੀ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਐਵੇਂ ਇੱਕ ਸੁੰਦਰ ਦਰਖਤ ਨੂੰ ਵੇਖ ਕੇ ਗਰਮੀ ਨੂੰ ਜਾਣਦੇ ਹੋਏ
ਵਿਸ਼ਰਾਮ ਕਰ ਲਈ, ਸੁੰਦਰ ਵਿਛਾਉਣਾ ਕੱਪੜਾ ਵਿਛਾ ਕੇ ਟਿਕ ਗਏ ਹੈ। ਜਦੋਂ 2 ਕੁ ਮੁਹੂਰਤ 4 ਕੁ ਘੜੀਆਂ ਬੀਤੀਆਂ, 1 ਘੰਟਾ 36 ਕੁ ਮਿੰਟ, ਧੁੱਪ ਜਿਹੜੀ ਸਾਰੇ ਰੁੱਖਾਂ ਦੀ ਸੂਰਜ ਦੇ ਢਲਣੇ ਕਰਕੇ ਛਾਂ ਵੀ ਪਾਸਿਆਂ ਵੱਲ ਹੋ ਗਈ, ਢਲ ਗਈ। ਪਰ ਜਿਸ ਰੁੱਖ ਦੇ ਹੇਠਾਂ ਸਤਿਗੁਰੂ ਮਹਾਰਾਜ ਬਿਰਾਜੇ ਸਨ, ਉਸ ਰੁੱਖ ਦੀ ਛਾਂ ਉੱਥੇ ਟਿਕੀ ਰਹੀ। ਉਸ ਰੁੱਖ ਦੀ ਛਾਂ ਢਲੀ ਨਾ। ਇਵੇਂ ਮਹਾਰਾਜ ਜੀ ਦਾ ਮਹਾਨ ਅਚਰਜ ਕੌਤਕ ਚੋਜ ਹੋਇਆ। ਰਾਏ ਬਲਾਰ ਜਿਹੜਾ ਉੱਧਰੋਂ ਆਪਣੀ ਫੌਜ ਨਾਲ ਚੱਲਦਾ ਚਲਾਉਂਦਾ ਉੱਥੇ ਆ ਪਹੁੰਚਾ, ਉਹਨੇ ਸਮੇਂ ਨੂੰ ਆਪਣੇ ਸਿਪਾਹੀਆਂ ਨੂੰ ਸੁਚੇਤ ਜਿਹਾ ਕਰਦਾ ਹੋਇਆ ਕਹਿੰਦਾ ਹੈ ਕਿ ਵੇਖੋ, ਗੁਰੂ ਨਾਨਕ ਸਾਹਿਬ ਜੀ ਸਾਡੇ ਪਟਵਾਰੀ ਕਲਿਆਣ ਚੰਦ ਦੇ ਸਪੁੱਤਰ ਸੁੱਤੇ ਪਏ ਹੈ। ਅਤੇ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਸਾਰੇ ਰੁੱਖਾਂ ਦੀ ਛਾਂ ਢਲ ਗਈ ਹੈ, ਦੂਜੇ ਪਾਸਿਆਂ ਵੱਲ ਹੋ ਗਈ ਹੈ, ਪਰ ਜਿੱਥੇ ਇਹ ਵਿਰਾਜਮਾਨ ਹਨ ਗੁਰੂ ਨਾਨਕ ਸਾਹਿਬ ਜੀ, ਉਹ ਰੁੱਖ ਦੀ ਛਾਂ ਉੱਥੇ ਟਿਕੀ ਹੋਈ ਇਹਨਾਂ ਦੇ ਉੱਪਰ ਹੀ। ਇਹ ਤਾਂ ਬੜੀ ਅਸਚਰਜ ਵਾਲੀ ਗੱਲ ਹੈ। ਮਨ 'ਚ ਸ਼ਰਧਾ ਬੜੀ ਧਾਰੀ ਹੈ। ਦੂਰ ਥੋੜ੍ਹਾ ਵਿੱਥ 'ਤੇ ਖੜਾ ਸੀ, ਉੱਥੇ ਹੀ ਮੱਥਾ ਟੇਕ ਕੇ ਚਲਾ ਗਿਆ। ਘਰ ਬੈਠਾ ਬੜੇ ਸੁੱਖ ਚੈਨ ਨਾਲ, ਮਨ ਜਿਹੜਾ ਗੁਰੂ ਚਰਨਾਂ 'ਚ ਡੁੱਬਾ ਹੋਇਆ ਹੈ। ਉੱਧਰ ਸੁੱਤੇ ਸੇਧੀ ਬਾਬਾ ਕਲਿਆਣ ਚੰਦ ਜੀ ਉੱਥੇ ਆ ਪਹੁੰਚੇ। ਉਹਨਾਂ ਨੂੰ ਕਿਹਾ ਕਿ ਕਲਿਆਣ ਚੰਦ, ਤੂੰ ਤੇ ਨਿਹਾਲ ਹੋ ਗਿਆ, ਜਿਹਦੇ ਘਰ ਐਸੇ ਸਪੁੱਤਰ ਗੁਰੂ ਨਾਨਕ ਸਾਹਿਬ ਵਰਗੇ ਹੋਏ। ਬਾਕੀ ਤੁਹਾਡਾ ਜਿਹੜਾ ਕਠੋਰ ਜਿਹਾ ਸੁਭਾਅ ਹੈ, ਸਖਤ ਜਿਹਾ, ਮੈਂ ਕਹਿੰਦਾ ਹਾਂ ਕਿ ਤੁਸੀਂ ਉਹਨਾਂ ਨੂੰ ਕਦੇ ਖੋਟਾ ਬਚਨ ਕਦੀ ਨਾ ਆਖਿਓ, ਨਿਰਾਦਰ ਨਾ ਕਰਿਓ, ਸਗੋਂ ਆਦਰ ਸਨਮਾਨ ਨਾਲ ਉਹਨਾਂ ਨੂੰ ਭੋਜਨ ਵਸਤਰ ਦਿਆ ਕਰੋ। ਇੱਕ ਮੈਂ ਵੀ ਤੁਹਾਨੂੰ ਪੁਸ਼ਾਕਾ ਦੇਣਾ, ਤੁਸੀਂ ਦੇ ਦੇਣਾ। ਰਾਏ ਬਲਾਰ ਦੀ ਬੜੀ ਸ਼ਰਧਾ ਸਤਿਗੁਰਾਂ 'ਤੇ ਬਣੀ ਹੈ। ਬਾਬਾ ਕਲਿਆਣ ਚੰਦ ਦੀ ਕੋਈ ਸ਼ਰਧਾ ਨਹੀਂ ਹੈ, ਪੁੱਤਰ ਨੂੰ ਪੁੱਤਰ ਹੀ ਸਮਝਦੇ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਨਹੀਂ ਸਮਝਦੇ, ਸਪੁੱਤਰਾਂ ਵਾਂਗ ਸਮਝਦੇ ਹੈ। ਰਾਏ ਬਲਾਰ ਵਿੱਚ ਅਥਾਹ ਸ਼ਰਧਾ ਹੋ ਗਈ ਹੈ। ਇੱਧਰ ਗੁਰੂ ਨਾਨਕ ਸਾਹਿਬ ਜੀ ਆਪਣੀ ਮੌਜ ਵਿੱਚ ਘਰ ਵਿੱਚ ਹੀ ਐਵੇਂ ਟਿਕੇ ਰਹਿੰਦੇ ਹੈ। ਕਦੀ ਕਦੀ ਜਦੋਂ ਪਤਾ ਲੱਗੇ ਵੀ ਬਾਹਰ ਸੰਤਾਂ ਦੀ ਮੰਡਲੀ ਕਿਸੇ ਥਾਂ 'ਤੇ ਆ ਕੇ ਬਿਰਾਜੀ ਹੋਈ ਟਿਕੀ ਹੋਈ ਹੈ, ਉੱਥੇ ਜਾ ਬੈਠਦੇ ਹੈ। ਸੰਤਾਂ ਨਾਲ ਕੁਝ ਬਚਨ ਕਹਿੰਦੇ, ਕੁਝ ਸੁਣਦੇ ਹੈ। ਮਾਤਾ ਜੀ ਸਤਿਗੁਰਾਂ ਦਾ ਇਹੋ ਜਿਹਾ ਸੁਭਾਅ ਦੇ ਕੇ ਬੜੇ ਚਿੰਤਤ ਹੈ। ਕਹਿੰਦੇ, ਪੁੱਤਰ ਜੀ, ਆ ਤੁਹਾਡਾ ਫਕੀਰਾਂ ਸਾਧੂਆਂ ਨਾਲ ਮਿਲਣਾ ਜੁਲਣਾ ਬੈਠਣਾ ਬਿਲਕੁਲ ਨਹੀਂ ਬਣਦਾ ਹੈ। ਜਿਵੇਂ ਗ੍ਰਹਿਸਥੀ ਆਪਣੇ ਸਾਗ ਸੰਬੰਧੀ ਆਂਢ ਗੁਆਂਢ ਕਿਵੇਂ ਕੰਮ ਕਰਦਾ ਹੈ, ਇਵੇਂ ਤੁਸੀਂ ਵੀ ਗ੍ਰਹਿਸਥੀਆਂ ਵਾਂਗ ਕੰਮ ਕਰਿਆ ਕਰੋ। ਅਤੇ ਅਸੀਂ ਕਹਿੰਦੇ ਹਾਂ ਕਿ ਜਿਹੜੇ ਆ ਫਕੀਰਾਂ ਸਾਧੂਆਂ ਦੀ ਸੰਗਤ ਇਹ ਛੱਡ ਦਿਓ, ਇਹਦੇ ਵਿੱਚ ਕੱਖ ਨਹੀਂ ਰੱਖਿਆ ਹੈ। ਪੁੱਤਰ ਜੀ, ਕਮਾਈ ਕਰੋਗੇ, ਜੇ ਤੁਸੀਂ ਨਹੀਂ ਖੇਤੀ ਕਰਨੀ ਚਾਹੁੰਦੇ ਤਾਂ ਵਣਜ ਵਪਾਰ ਕਰ ਲਓ। ਇੱਧਰੋਂ ਸੌਦਾ ਲੈ ਆਂਦਾ, ਵੱਧ ਭਾਅ 'ਤੇ ਅਗਲੇ ਬੰਨੇ ਵੇਚ ਦਿੱਤਾ। ਸੁਚੇਤ ਹੋ ਕੇ ਵਪਾਰ ਕਰੋ। ਜਦੋਂ ਬਹੁਤਾ ਧਨ ਕਮਾਓਗੇ, ਕੋਈ ਛਤਰੀ ਖੱਤਰੀ ਤੁਹਾਡੀ ਕਮਾਈ ਵੇਖ ਕੇ ਇਹ ਜਾਣੇਗਾ ਕਿ ਪਹਿਲਾਂ ਪਿਤਾ ਪਟਵਾਰੀ, ਹੁਣ ਪੁੱਤਰ ਵੀ ਬੜੇ ਕਮਾਊ ਹੈ। ਉਹ ਤੁਹਾਡੇ ਨਾਲ ਆਪਣੀ ਲੜਕੀ ਦੀ ਸ਼ਾਦੀ ਕਰ ਦੇਣਗੇ। ਤੁਹਾਡਾ ਵੀ ਜਸ ਸਾਡਾ ਵੀ ਜਸ ਹੋਵੇਗਾ। ਹੁਣ ਤਾਂ ਸਾਰਿਆਂ ਸਾਡੇ ਨਾਲ ਜਿਹੜੇ ਈਰਖਾ ਕਰਨ ਵਾਲੇ ਹੈ, ਉਹ ਇਹ ਠੱਠੇ ਮਖੌਲ ਕਰਦੇ, ਕਹਿੰਦੇ ਕਲਿਆਣ ਚੰਦ ਦਾ ਇੱਕੋ ਹੀ ਪੁੱਤਰ ਹੈ, ਉਹ ਵੀ ਨਲਾਇਕ ਹੀ ਹੈ, ਕਿਸੇ ਕੰਮ ਦੇ ਯੋਗ ਨਹੀਂ ਹੈ, ਕੋਈ ਕੰਮ ਕਰਨ ਦੀ ਉਹਨੂੰ ਗਿਆਤ ਸਮਝ ਨਹੀਂ ਹੈ। ਇਸ ਕਰਕੇ ਤੁਸੀਂ ਭੋਲੇ ਭਾਲੇ ਜਾਣੇ ਜਾਂਦੇ ਹੋ। ਸੁਪੁੱਤਰ ਜੀ, ਨਾਨਕ ਜੀ, ਤੁਸੀਂ ਕਮਾਈ ਕਰੋ, ਪਤਾ ਲੱਗੇ ਕਿ ਪਿਤਾ ਵੀ ਪਟਵਾਰੀ ਹੈ, ਪੁੱਤਰ ਵੀ ਬਹੁਤ ਕਮਾਊ ਹੈ। ਮਾਤਾ ਜੀ ਨੇ ਬੜੇ ਬਚਨ ਕਹੇ ਹੈ। ਗੁਰੂ ਨਾਨਕ ਸਾਹਿਬ ਜੀ ਨੇ ਬਚਨ ਸੁਣ ਤੇ ਲਏ ਹੈ। ਚਿੱਤ ਨੂੰ ਕੋਈ ਬਚਨ ਨਹੀਂ ਚੰਗਾ ਲੱਗਾ ਹੈ। ਮਹਾਰਾਜ ਉਸੇ ਤਰ੍ਹਾਂ ਵਸਤਰ ਜਿਹਾ ਲੈ ਕੇ, ਕੱਪੜਾ ਮੁੱਖ 'ਤੇ ਲੈ ਕੇ ਪਏ ਰਹੇ ਹੈ। ਮਾਤਾ ਜੀ ਬੜੇ ਚਿੰਤਤ ਹੈ ਕਿ ਕਿਉਂ ਨਹੀਂ ਕੋਈ ਬਚਨ ਕਰਦੇ।
ਗੁਰੂ ਜੀ ਤੇ ਪਰਾ ਭਗਤੀ, ਜਿਵੇਂ ਭਗਤ ਰੱਬ ਦੇ ਉਹਨਾਂ ਦੀ ਅਵਸਥਾ ਹੁੰਦੀ ਹੈ ਪਰਾ ਭਗਤੀ ਵਿੱਚ, ਅਫੁਰ ਅਵਸਥਾ ਵਿੱਚ ਸੰਸਾਰ ਦੇ ਜਿਹੜੇ ਕਾਰ ਵਿਹਾਰ ਹੈ ਤਿਆਗ ਦਿੱਤੇ ਹੁੰਦੇ ਜਿਵੇਂ ਭਗਤਾਂ ਨੇ, ਉਸੇ ਤਰ੍ਹਾਂ ਹੀ ਹੋ ਕੇ ਪਏ ਲੇਟੇ ਹੋਏ ਹੈ। ਮਾਤਾ ਜੀ ਚਿੰਤਾਵਾਨ ਹੋ ਰਹੇ, ਆਪ ਜੀ ਨੇ ਉਹ ਪ੍ਰਸੰਗ ਸਰਵਣ ਕੀਤੇ। ਅੱਗੇ ਜਿਵੇਂ ਸਤਿਗੁਰੂ ਜੀ ਦੇ ਮਹਾਨ ਪ੍ਰਸੰਗ ਆ ਰਹੇ, ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਤ ਆਨ ਬਹੁ ਕਰ ਕਰ ਹੇਤੂ। ਜਿਹੜੇ ਭੋਲੇ ਲੋਕ ਹੈ ਰਾਏ ਭੋਏ ਦੀ ਤਲਵੰਡੀ ਨਗਰ ਦੇ, ਉਹ ਸਤਿਗੁਰੂ ਜੀ ਜੋ ਸੁੱਖਾਂ ਦੇ ਦਾਤੇ ਹੈ, ਉਹਨਾਂ ਵੱਲ ਵੇਖ ਕੇ ਇਵੇਂ ਕਹਿੰਦੇ ਵੀ ਇਹ ਤਾਂ ਰੋਗੀ ਹੋ ਗਏ ਬੜੇ ਵੱਡੇ, ਇਹਨਾਂ ਨੂੰ ਕੋਈ ਪੇਟ ਦਾ ਰੋਗ ਹੋ ਗਿਆ ਹੈ, ਪਰੇਸ਼ਾਨ ਹੈ, ਤਾਂ ਹੀ ਤਾਂ ਕੁਝ ਖਾਂਦੇ ਨਹੀਂ ਪੀਂਦੇ ਨਹੀਂ, ਚੁੱਪੀ ਕਰਕੇ ਬੈਠੇ ਰਹਿੰਦੇ, ਬਿਰਤੀ ਸ਼ਾਂਤ ਕੀਤੀ ਹੋਈ ਹੈ। ਇਵੇਂ ਉਹ ਬੇਸਮਝ ਜਿਨ੍ਹਾਂ ਨੂੰ ਗੁਰੂ ਜੀ ਦੀ ਅਵਸਥਾ ਦਾ ਪਤਾ ਨਹੀਂ, ਉਹ ਇਵੇਂ ਦਾ ਜਾਣਦੇ ਹੈ। ਮਾਤਾ ਜੀ ਬੜੇ ਚਿੰਤਤ ਹੈ, ਬਹੁਤਾ ਮੋਹ ਪ੍ਰੇਮ ਪਿਆਰ ਕਰ ਕਰਕੇ ਵਾਰ-ਵਾਰ ਮਾਤਾ ਜੀ ਸਵੇਰੇ ਸ਼ਾਮੀ ਘੜੀ ਮੁੜੀ ਸਤਿਗੁਰ ਜੀ ਪਾਸ ਆਉਂਦੇ ਹੈ। ਅਸਨ ਖੁਆਵਹਿ ਮਧੁਰ ਸਮੇਤੂ। ਮਿੱਠੇ ਦੇ ਸਮੇਤ ਭੋਜਨ ਛਕਾਉਂਦੇ ਹੈ ਕਿ ਸਪੁੱਤਰ ਨਾਨਕ ਜੀ ਆ ਖਾ ਲਓ, ਤੁਸੀਂ ਪਹਿਲਾਂ ਵੀ ਆ ਮਿੱਠੇ ਖਾ ਲੈਂਦੇ ਹੁੰਦੇ ਸੀ, ਹੁਣ ਕਿਉਂ ਨਹੀਂ ਖਾਂਦੇ ਹੋ, ਆ ਖਾ ਲਓ ਮਿੱਠੇ ਦੇ ਸਮੇਤ ਭੋਜਨ। ਦੁਰਬਲ ਭਾ ਤਵ ਤਾਤ ਸਰੀਰਾ। ਪੁੱਤਰ ਜੀ ਆਪਣਾ ਸਰੀਰ ਦੇ ਵੇਖੋ, ਸਰੀਰ ਵੱਲ ਧਿਆਨ ਦਿਓ, ਤੁਸੀਂ ਕਿਵੇਂ ਦੁਰਬਲ, ਬਲ ਤੋਂ ਰਹਿਤ ਕਮਜ਼ੋਰ ਹੋ ਗਏ ਹੋ। ਕਿਉ ਨਾ ਕਹੋ ਨਿਜ ਰੁਜ ਕੀ ਪੀਰਾ। ਇਸ ਪੁੱਤਰ ਗੁਰੂ ਨਾਨਕ ਸਾਹਿਬ ਜੀ, ਕਿਉਂ ਨਹੀਂ ਤੁਸੀਂ ਆਪਣੇ ਹਿਰਦੇ ਦੇ ਅੰਦਰ ਦੀ ਪੀੜਾ ਦੁੱਖ ਤਕਲੀਫ ਆ ਮੈਨੂੰ ਮਾਂ ਨੂੰ ਕਹਿੰਦੇ ਦੱਸਦੇ। ਆਨਨ ਪੀਤ ਅਚੰਚਲ ਅੰਗਾ। ਤੁਹਾਡਾ ਮੁਖ ਵੀ ਪੀਲਾ ਹੋ ਗਿਆ ਹੈ, ਅੰਗ ਵੀ ਚੰਚਲਤਾ ਤੋਂ ਰਹਿਤ, ਆ ਹਿਲਦੇ ਜੁਲਦੇ ਤੁਸੀਂ ਹਿਲਾਉਂਦੇ ਨਹੀਂ ਹੋ। ਬਿਗਸ ਨਾ ਬੋਲੋ ਸੰਗ ਉਮੰਗਾ। ਖੁਸ਼ੀ ਉਤਸ਼ਾਹ ਨਾਲ ਕਦੀ ਆ ਖਿੜ ਕੇ ਵੀ ਹਾਸੀ ਪਈਏ, ਹੱਸ ਕੇ ਬੋਲ ਲਈਏ, ਹੱਸ ਕੇ ਵੀ ਨਹੀਂ ਬੋਲਦੇ। ਨਿਜ ਸੰਗੀ ਕੇ ਸੰਗਮ ਮਾਹੀ। ਤੁਹਾਡੇ ਮਿੱਤਰ ਮੇਲੇ ਆਉਂਦੇ ਆ, ਮੇਲੀਆਂ ਦੇ ਜਿਹੜੇ ਮੇਲ ਵਿੱਚ, ਉਹਨਾਂ ਵਿੱਚ ਵੀ ਨਹੀਂ ਤੁਸੀਂ ਬੈਠਦੇ ਖਲੋਂਦੇ। ਮਿਲ ਕੇ ਵਿਚਰਤ ਕਿਉਂ ਤੁਮ ਨਾਹੀ। ਸਪੁੱਤਰ ਜੀ ਤੁਸੀਂ ਕਿਉਂ ਨਹੀਂ ਉਹਨਾਂ ਆਪਣੇ ਮੇਲੀਆਂ ਦੇ ਮਿਲਾਪ ਵਿੱਚ ਮਿਲ ਕੇ ਆ ਖੇਡਦੇ ਮੱਲਦੇ, ਕਿਉਂ ਨਹੀਂ ਉਹਨਾਂ ਨਾਲ ਗੱਲਬਾਤ ਕਰਦੇ। ਬਾਸੁਰ ਨਿਸਾ ਇਕਾਂਤ ਨਿਕੇਤੂ। ਰਾਤ ਦਿਨ ਇਕੱਲੇ ਇਕਾਂਤ ਵਿੱਚ ਹੀ ਘਰ ਪਏ ਰਹਿੰਦੇ ਹੋ। ਪਰੇ ਰਹੋ ਕਿਉਂ ਕਰਤ ਨਾ ਹੇਤੂ। ਰਾਤ ਦਿਨ ਘਰ ਵਿੱਚ ਇਕੱਲੇ ਪਏ ਰਹਿੰਦੇ ਹੋ, ਕਿਉਂ ਨਹੀਂ ਤੁਸੀਂ ਮੇਰਾ ਮਾਂ ਦਾ, ਆਪਣੇ ਪਿਓ ਦਾ ਕਿਸੇ ਨਾਲ ਮੋਹ ਪਿਆਰ ਕਰਦੇ। ਰੁਚ ਸੋ ਅਸਨ ਕਰਤ ਨਹਿ ਖਾਨਾ। ਨਾ ਪ੍ਰੀਤੀ ਰੁਚੀ ਨਾਲ ਭੋਜਨ ਛਕਦੇ ਹੋ, ਨਾ ਜਾਲੀ ਪੀਂਦੇ ਹੋ, ਕੁਝ ਦੁੱਧ ਆਦਿ ਵੀ ਨਹੀਂ ਛਕਦੇ ਪੀਂਦੇ। ਕਿੱਦਾਂ ਉਦਰ ਰੁਜ ਕੋ ਬਲਵਾਨਾ। ਕਿ ਜਾਂ ਪੁੱਤਰ ਜੀ ਤੁਹਾਨੂੰ ਆ ਪੇਟ ਦਾ ਕੋਈ ਵੱਡਾ ਭਾਰੀ ਰੋਗ ਹੋ ਗਿਆ, ਬਲ ਵਾਲਾ, ਕੀ ਹੋਇਆ ਵਾ ਸਪੁੱਤਰ ਨਾਨਕ ਜੀ ਦੱਸੋ ਸਾਨੂੰ। ਮੋਹਰ ਮੋਹ ਜਨਨੀ ਇਵ ਭਾਖੀ। ਮਾਤਾ ਜੀ ਬਾਰ-ਬਾਰ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਕਹਿੰਦੇ ਆ ਕੇ, ਸੁਤ ਉਪਚਾਰ ਕਰਨ ਅਬਲਾਖੀ। ਕਿ ਮੈਂ ਪੁੱਤਰ ਦਾ ਇਲਾਜ ਕਰਾਵਾਂ, ਕੀ ਤਕਲੀਫ ਹੈ ਮੇਰੇ ਪੁੱਤਰ ਨੂੰ, ਕੀ ਰੋਗ ਹੈ, ਐਵੇਂ ਇੱਛਾ ਕਰਦੀ ਮਾਤਾ ਜੀ। ਮਨ ਹੀ ਮਨ ਹੈ ਮਨਾਵ ਮਹੇਸ਼ਾ। ਮਨ ਹੀ ਮਨ ਵਿੱਚ ਐਵੇਂ ਸ਼ਿਵ ਜੀ ਨੂੰ ਮਨਾਉਂਦੀ ਹੈ, ਪੂਜਦੀ ਹੈ ਮਾਤਾ। ਸਤਿਗੁਰੂ ਜੀ ਦੇ ਮਾਤਾ ਜੀ ਐਵੇਂ ਮਹੇਸ਼ਰ ਸ਼ਿਵ ਜੀ ਨੂੰ ਮਨਾਉਂਦੇ ਐ।
ਪੂਜ ਚੰਡਿਕਾ ਬਹੁਰ ਗਣੇਸ਼ਾ। ਕਦੀ ਆ ਚੰਡਕਾ ਨੂੰ ਮਨਾਉਂਦੇ ਆ, ਉਹਦੀ ਪੂਜਾ ਕਰਦੇ, ਕਦੀ ਗਣੇਸ਼ ਦੀ ਪੂਜਾ ਕਰਦੇ, ਪੂਜਣਾ ਕਰਦੇ ਹੈ। ਇਹ ਜਿਹੜਾ ਇੱਥੇ ਦੋ ਤੁਕਾਂ ਆਈਆਂ ਹੈ, ਇਸ ਦੋ ਤੁਕਾਂ ਨੂੰ ਸੁਣ ਕੇ ਕਈ ਜਿਹੜੇ ਉਲਝ ਜਾਂਦੇ ਲੋਕ ਕਹਿੰਦੇ ਵੇਖੋ ਮਾਤਾ ਜੀ ਦੇ ਸ਼ਿਵ ਜੀ ਗਣੇਸ਼ ਦਾ ਨਾਮ ਆ ਰਿਹਾ, ਉਹਨਾਂ ਨੂੰ ਮਨਾਉਂਦੇ ਰਹੇ ਹੈ। ਪਰ ਇਹ ਤਾਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸਿੱਖਿਆ ਦੇ ਕੇ ਤੇ ਇੱਕੋ ਸਿੱਖਿਆ ਦਿੱਤੀ ਹੈ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ। ਪਰਮੇਸ਼ਰ ਤੋਂ ਬਿਨਾਂ ਕਿਤੇ ਨਹੀਂ ਜਾਣਾ ਹੈ, ਕੋਈ ਦੇਵੀ ਦੇਵਤੇ ਨੂੰ ਨਹੀਂ ਮੰਨਣਾ ਹੈ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹੂ, ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ, ਮਤ ਏਕ ਨਾ ਮਾਨਿਓ। ਸਿਮਰਿਤ ਸ਼ਾਸਤਰ ਵੇਦ ਸਬੈ ਬਹੁ ਭੇਦ, ਕਹੈ ਹਮ ਏਕ ਨਾ ਜਾਣਿਓ। ਸ੍ਰੀ ਸੁਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਗਲ ਦੁਆਰ ਕੋ ਛਾੜ ਕੈ, ਗਹਿਓ ਤੁਹਾਰੋ ਦੁਆਰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ। ਮੈਂ ਨਾ ਗਣੇਸ਼ ਹੈ ਪ੍ਰਥਮ ਨਾਉ, ਕਿਸਨ ਬਿਸਨ ਕਬਹੂ ਨਹਿ ਧਿਆਉ। ਕਾਨ ਸੁਨੈ ਪਹਿਚਾਨ ਨਾ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈ ਕਨ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ, ਗੋਰ ਮੜੀ ਮਟ ਭੂਲ ਨਾ ਮਾਨੈ। ਇਹ ਤੇ ਸਤਿਗੁਰੂ ਜੀ ਨੇ ਸਾਨੂੰ ਬਚਨ ਕਰਕੇ ਬਾਅਦ ਵਿੱਚ ਸਿੱਖਿਆ ਦਿੱਤੀ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਸਿੱਖੀ ਦਾ ਚੱਕਰ ਫਰਾਉਣ ਲੱਗੇ, ਸਤਿਨਾਮ ਦਾ ਜਦੋਂ ਚੱਕਰ ਫਰਾਇਆ ਉਦੋਂ ਸਿੱਖਿਆ ਦਿੱਤੀ ਹੈ। ਜਿਹੜੇ ਲੋਕ ਇਹਨਾਂ ਦੋ ਤੁਕਾਂ ਨੂੰ ਪੜ੍ਹ ਕੇ ਉਲਝਣਾ 'ਚ ਪੈ ਜਾਂਦੇ, ਉਹ ਵੱਡੇ ਮਹਾ ਮੂਰਖ ਅਗਿਆਨੀ ਲੋਕ ਹੈ, ਜਿਹੜੇ ਮਾਤਾ ਜੀ 'ਤੇ ਵੀ ਸ਼ੰਕਾ ਕਰ ਲੈਂਦੇ। ਅੰਨੇ ਚੁੰਚ ਗਿਆਨੀਆਂ ਨੂੰ ਇਹ ਨਹੀਂ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੇ ਹਜੇ ਉਮਰਾ ਕਿਸ਼ੋਰ ਅਵਸਥਾ ਵਿੱਚ ਹੈ, ਛੋਟੀ ਉਮਰਾ, ਹਜੇ ਕੋਈ ਉਪਦੇਸ਼ ਇਹਨੇ ਨਹੀਂ ਕਰ ਰਹੇ। ਅਤੇ ਮਾਤਾ ਜੀ ਨੂੰ ਕੋਈ ਇਹੋ ਜਿਹਾ ਉਪਦੇਸ਼ ਨਹੀਂ ਦਿੱਤਾ। ਅਤੇ ਪਹਿਲਾਂ ਸਨਾਤਨ ਧਰਮ ਹੀ ਤਾਂ ਹੈ ਸੀ, ਸਤਿਗੁਰੂ ਜੀ ਨੇ ਸਿੱਖੀ ਪ੍ਰਗਟ ਕੀਤੀ, ਫਿਰ ਸਾਨੂੰ ਇਹਨਾਂ ਕੰਮਾਂ ਤੋਂ ਵਰਜਿਆ ਹੈ। ਇੱਕ ਅਕਾਲ ਪੁਰਖ ਦੀ ਉਪਾਸਨਾ ਪੂਜਾ ਨਾਲ ਜੋੜਿਆ ਹੈ। ਮਾਤਾ ਜੀ ਦਾ ਤਾਂ ਸੁੱਤੇ ਸਿੱਧ ਸੁਭਾਵ ਕੀ ਇਹ ਆਰਾਧਨ ਕਰਨਾ ਬਣਦਾ ਹੈ। ਮਾਤਾ ਜੀ ਨੂੰ ਥੋੜ੍ਹੀ ਕੋਈ ਇੰਨਾ ਗਿਆਨ ਹੈ ਕਿ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਹੈ ਸਾਡੇ ਘਰ, ਅਸੀਂ ਕਿਹਨੂੰ ਮਨਾਉਣਾ ਅਤੇ ਕਿਹਨੂੰ ਪੂਜਣਾ। ਜਿਸ ਕਰਕੇ ਮਾਤਾ ਜੀ ਇਵੇਂ ਸ਼ਿਵ ਜੀ ਆਦਿਕ ਗਣੇਸ਼ ਚੰਡਕਾ ਦੀ ਜਿਵੇਂ ਸਨਾਤਨ ਮੱਤ ਵਾਲੇ ਉਹ ਪੂਜਨ ਕਰਦੇ ਮਨਾਉਂਦੇ ਹੈ, ਉਸੇ ਤਰ੍ਹਾਂ ਹੀ ਮਨਾ ਰਹੇ ਹਨ। ਜੇ ਸ਼ੰਕਿਆਂ ਦੇ ਚੱਕਰ 'ਚ ਪਈਏ ਫਿਰ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਜੇ ਕਥਾ ਵਿੱਚ ਵੀ ਸ਼ੰਕਾ ਹੀ ਲੋਕਾਂ 'ਤੇ ਨਿਵਰਤ ਕਰਦੇ ਰਹੀਏ ਨਾ, ਅਤੇ ਕਥਾ ਕਮ ਸੇ ਕਮ ਇਹੀ ਕਥਾ 4 ਸਾਲ ਲੱਗ ਜਾਣੇ ਕਥਾ ਸਮਾਪਤ ਕਰਦਿਆਂ ਹੀ, ਜੇ ਸ਼ੰਕਿਆਂ ਦੇ ਚੱਕਰਾਂ 'ਚ ਹੀ ਪੈ ਜਾਈਏ। ਤੇ ਇਸ ਕਰਕੇ ਜਿਹੜੇ ਕੋਈ ਰੱਬ ਦੇ ਪਿਆਰੇ ਗੁਰਮੁਖ ਹੈ, ਗੁਰੂ ਨਾਲ ਪ੍ਰੇਮ ਕਰਨ ਵਾਲੇ, ਉਹ ਗੁਰੂ ਜੀ ਦੇ ਇਤਿਹਾਸ, ਗੁਰੂ 'ਤੇ ਕੋਈ ਉਂਗਲ ਨਹੀਂ ਕਰਦੇ। ਪਹਿਲੀ ਗੱਲ ਉਹ ਸਮਝ ਲੈਂਦੇ ਹੈ ਇਹ ਵਿਚਾਰ ਹੁਣ ਕਿਹੜੇ ਸਮੇਂ ਦੀ ਚੱਲ ਰਹੀ ਹੈ, ਅਤੇ ਕਦੋਂ ਸਤਿਗੁਰੂ ਜੀ ਪ੍ਰਗਟ ਹੋਏ, ਕਦੋਂ ਉਪਦੇਸ਼ ਕੀਤੇ, ਕਦੋਂ ਅਸਾਂ ਨੇ ਸਿੱਖਿਆ ਲਈ ਹੈ, ਉਹਨਾਂ ਨੂੰ ਸਮਝ ਆ ਜਾਂਦੀ ਹੈ। ਬਾਕੀ ਵਾਦ ਵਿਵਾਦ ਵਾਲੇ ਚੁੰਚ ਗਿਆਨੀ, ਜਿਹੜੇ ਕਊਆ ਗਿਆਨੀ ਹੈ, ਉਹਨਾਂ ਦਾ ਰੌਲਾ ਹੈ, ਵਿਚਾਰਨਾ ਕੱਖ ਨਹੀਂ। ਆਹ ਦੋ ਤੁਕਾਂ ਪੜ੍ਹ ਲੈਣੀਆਂ, ਆਹ ਵੇਖੋ ਕੀ ਲਿਖਿਆ ਹੈ, ਹੋ ਸਕਦਾ ਇੱਦਾਂ, ਫਿਰ ਅਸੀਂ ਕਹਿਣਾ ਨਹੀਂ ਹੋ ਸਕਦਾ। ਹਾਂਜੀ, ਫਿਰ ਇਤਿਹਾਸ ਨਹੀਂ ਸੁਣਨਾ ਹੈ, ਉੱਥੇ ਉਹ ਉਲਝਣਾ। ਇੱਥੇ ਜਿਵੇਂ ਮਾਤਾ ਜੀ ਦਾ ਸੁੱਤੇ ਸਿੱਧ ਹੀ ਬਣਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਰੋਗੀ ਹੋ ਗਏ ਹੈ, ਅਤੇ ਉਹ ਆਪਾਂ ਜਿਵੇਂ ਮਾਂ ਹੁਣ ਕੀ ਨਹੀਂ ਕਰਦੀ ਹੈ, ਪੁੱਤਰ ਬਿਮਾਰ ਹੋ ਜੇ ਅਤੇ ਮਾਂ ਪਿਓ ਦੇ ਭੱਜੇ ਫਿਰਦੇ ਸਿਆਣਿਆਂ ਕੋ, ਮੰਦਰਾਂ 'ਤੇ, ਜਗ੍ਹਾ 'ਤੇ, ਕਬਰਾਂ 'ਤੇ, ਸਾਰੇ ਥਾਂ ਜਾਂਦੇ ਮਾਂ ਪਿਓ। ਅਤੇ ਗੁਰੂ ਜੀ ਹੁਣ ਇੱਥੇ ਆਪਣੀ ਅਵਸਥਾ ਵਿੱਚ ਹੈ, ਮਾਤਾ ਜੀ ਨੂੰ ਰੋਗੀ ਲੱਗ ਰਹੇ ਹੈ, ਅਤੇ ਮਾਤਾ ਜੀ ਹੁਣ ਆਪਣੇ ਵੱਲੋਂ ਆਰਾਧਨਾ ਕਰ ਰਹੇ ਹੈ, ਜਿਸ ਕਰਕੇ ਸ਼ਿਵ ਭਗਵਾਨ ਨੂੰ ਗਣੇਸ਼
ਚੰਡਕਾ ਆਦਿ ਪੂਜਾ ਪੂਜਨਾ ਕਰ ਰਹੇ, ਬੇਨਤੀਆਂ ਕਰ ਰਹੇ ਹਨ। ਸੁਤ ਸਰੀਰ ਕੋ ਕਰਹੁ ਅਰੋਗਾ। हे ਗਣੇਸ਼ ਜੀ, ਚੰਡਕਾ ਸ਼ਿਵ ਭਗਵਾਨ ਜੀ ਸਾਡੇ ਸੁਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਨਿਰੋਗ ਕਰ ਦਿਓ। ਦਿਓ ਉਪਾਇ ਨਾ ਜਸ ਜਿਸ ਜੋਗਾ। ਜੈਸਾ ਜੈਸੀ ਜਿਸ ਲਾਇਕ ਭੇਟਾ ਦੇ ਹੋਵੇਗਾ, ਮੈਂ ਉਹੀ ਭੇਟਾ ਦਿਆਂਗੀ ਜਦੋਂ ਗੁਰੂ ਨਾਨਕ ਸਾਹਿਬ ਜੀ ਠੀਕ ਹੋ ਜਾਣਗੇ। ਜਿਵੇਂ ਆਪਾਂ ਕਹਿੰਦੇ ਆ, ਲੱਖ ਦਾਤਾ ਪੀਰ ਜੀ ਆ ਕਿਰਪਾ ਕਰ ਦਿਓ, ਬੱਚੇ ਨੌਕਰੀ ਮਿਲ ਜੇ, ਹਰਿਆ ਰਮਾਲਾ ਚੜਾਵਾਂਗੇ, ਭਾਵੇਂ ਅਸੀਂ ਸਿੱਖ ਹੀ ਹੋਈਏ। ਕਹਿੰਦੇ ਤੇ ਹੈ ਕਿ ਨਹੀਂ ਹੈ, ਸਾਨੂੰ ਨੌਕਰੀ ਕਰਕੇ ਕਹਿਣਾ ਪੈਂਦਾ ਹੈ। ਮਾਤਾ ਜੀ ਵੀ ਇਸੇ ਤਰ੍ਹਾਂ ਹੀ ਕਹਿ ਰਹੇ ਹੈ। ਆਪ ਜੀ ਨੂੰ ਬਾਰ-ਬਾਰ ਦੱਸ ਦਿੱਤਾ ਹੈ ਕਿ ਮਾਤਾ ਦਾ ਸੁਭਾਅ ਕੀ ਬਣਦਾ ਹੈ। ਗੁਰੂ ਨਾਨਕ ਸਾਹਿਬ ਜੀ ਜਦੋਂ ਵੱਡਿਆਂ ਹੋ ਕੇ ਪ੍ਰਚਾਰ ਕੀਤਾ ਹੈ, ਸਾਰੇ ਦੇਸ਼ਾਂ ਵਿਦੇਸ਼ਾਂ 'ਚ ਗੁਰਬਾਣੀ ਉਚਾਰ ਕੇ ਸਾਨੂੰ ਉਪਦੇਸ਼ ਕੀਤਾ, ਉਦੋਂ ਤੇ ਗੁਰੂ ਜੀ ਆਪ ਇਵੇਂ ਅਵਸਥਾ ਵਿੱਚ ਪਏ ਹੋਏ ਸੀ। ਮਾਤਾ ਰੋਗੀ ਜਾਣ ਕੇ ਤੇ ਬੇਨਤੀਆਂ ਕਰ ਰਹੇ ਹਨ। ਬੰਦਹਿ ਕਰ ਧਰ ਪਰ ਧਰ ਸਿਰ ਕੋ। ਐਵੇਂ ਧਰਤੀ ਉੱਪਰ ਹੱਥ ਰੱਖ ਕੇ, ਮਸਤਕ ਰੱਖ ਕੇ ਤੇ ਨਮਸਕਾਰਾਂ ਕਰਦੇ ਬਾਰ-ਬਾਰ। ਨਮੋ ਕਰਹਿ ਸ੍ਰੀ ਲਖਮੀ ਬਰ ਕੋ। ਸ਼੍ਰੀ ਜੋ ਮਾਇਆ ਦੇ ਪਤੀ ਬਾਰ ਹੈ, ਵਿਸ਼ਨੂੰ ਭਗਵਾਨ ਹੈ, ਉਹਨਾਂ ਨੂੰ ਵੀ ਨਮਸਕਾਰਾਂ ਕਰਦੇ ਹੈ। ਸੁਤ ਕਰ ਗਹਿ ਕਰ ਬੋਹਰ ਬੋਲੀ। ਫਿਰ ਮਾਤਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਹਸਤ ਕਮਲ ਆਪਣੇ ਹੱਥ ਵਿੱਚ ਲੈ ਕੇ ਤੇ ਬੋਲੇ ਕਿ ਹੇ ਪੁੱਤਰ, ਕਹੋ ਆਪਣੀ ਪੀਰਾ ਖੋਲੀ। ਪੁੱਤਰ ਕਿਉਂ ਚੁੱਪ ਰਹਿੰਦੇ ਹੋ? ਆਪਣੀ ਜਿਹੜੀ ਕੋਈ ਪੀੜਾ ਤਕਲੀਫ ਹੈ ਸਾਨੂੰ ਖੋਲ ਕੇ ਕਹਿ ਦਿਓ, ਦੱਸ ਦਿਓ। ਤਿਸ ਪਰ ਮੈਂ ਕਰਵਾਉ ਇਲਾਜਾ। ਮੈਂ ਤੁਹਾਨੂੰ ਐਵੇਂ ਨਹੀਂ ਰਹਿਣ ਦਿਆਂਗੀ, ਉਹ ਤੁਹਾਡੇ ਰੋਗ ਉੱਪਰ ਆ ਇਲਾਜ ਕਰਵਾਵਾਂਗੀ। ਬੈਦ ਬੁਲਾਏ ਬਿਲਮ ਬਿਨ ਆਜਾ। ਸਾਡੇ ਆ ਨਗਰ ਵਿੱਚ ਬੜਾ ਸਿਆਣਾ ਹਰਦਾਸ ਵੈਦ ਹੈ, ਬਿਨਾਂ ਦੇਰੀ ਤੋਂ ਅੱਜ ਹੁਣੇ ਬੁਲਾ ਲਵਾਂਗੀ। ਮਸਤ ਕਰੀ ਬੇਦੀ ਕੁਲ ਨਾਥਾ। ਬੇਦੀ ਕੁਲ ਦੇ ਜੋ ਨਾਥ ਮਾਲਕ ਗੁਰੂ ਨਾਨਕ ਸਾਹਿਬ ਜੀ, ਮਾਤਾ ਜੀ ਨੇ ਇੰਨੇ ਬਚਨ ਕਹੇ, ਗੁਰੂ ਜੀ ਚੋਪੀ ਕੀਤੇ ਹੋਏ ਐ। ਉੱਤਰ ਨਾ ਦੇ ਕੋ ਜਨਨੀ ਸਾਥਾ। ਮਾਤਾ ਨੂੰ ਕੋਈ ਉੱਤਰ ਨਹੀਂ ਦਿੰਦੇ ਕਿ ਹਾਂ ਮੈਂ ਠੀਕ ਹਾਂ ਜਾਂ ਨਹੀਂ ਠੀਕ ਹਾਂ। ਹਾਂ ਨਾ ਦੀ ਕੋਈ ਗੱਲ ਹੀ ਨਹੀਂ ਮੁੱਖੋਂ ਕਹੀ। ਤੁਧ ਲੇਵਨ ਆਵਹਿ ਸਭ ਗਿਆਤੀ। ਗਵਾਂਢ ਸੰਬੰਧੀਆਂ ਨੂੰ ਪਤਾ ਲੱਗਾ ਵੀ ਗੁਰੂ ਨਾਨਕ ਸਾਹਿਬ ਤੇ ਇਵੇਂ ਰਹਿੰਦੇ ਐ। ਕਲਿਆਣ ਚੰਦ ਦੇ ਸੁਪੁੱਤਰ ਖਬਰਾਂ ਲੈਣ ਵਾਸਤੇ, ਪਤਾ ਲੈਣ ਵਾਸਤੇ ਇਕੱਠੇ ਹੋ ਕੇ ਆ ਰਹੇ ਹੈ। ਜਿਨ ਕੋ ਨਹ ਅਸ ਰੀਤੀ ਸੁਹਾਤੀ। ਜਿਨ੍ਹਾਂ ਰਿਸ਼ਤੇਦਾਰਾਂ ਗਵਾਂਢੀਆਂ ਨੂੰ ਇਹੋ ਜਿਹੀ ਰੀਤੀ ਨਹੀਂ ਸੋਭਨੀਕ ਹੋ ਰਹੀ, ਸੁਹਾਣੀ ਚੰਗੀ ਨਹੀਂ ਲੱਗ ਰਹੀ ਵੀ ਐਵੇਂ ਲੇਟੇ ਰਹਿੰਦੇ ਆ, ਕੰਮ ਕਾਰ ਵੀ ਨਹੀਂ ਕਰਦੇ। ਕੀ ਹੋ ਗਿਆ ਇਹਨਾਂ ਨੂੰ? ਜਿਨ੍ਹਾਂ ਨੂੰ ਇਹੋ ਜਿਹਾ ਚੰਗਾ ਨਹੀਂ ਲੱਗਦਾ। ਭੋਜਨ ਖਾਤ ਨਾ ਪੀਵਤ ਨੀਰੂ। ਕਹਿੰਦੇ ਵੇਖੋ ਜੀ, ਇਹ ਗੁਰੂ ਨਾਨਕ ਸਾਹਿਬ ਨਾ ਭੋਜਨ ਖਾਂਦੇ ਐ, ਨਾ ਪਾਣੀ ਪੀਂਦੇ ਐ। ਹੇਰਤ ਬੇਦੀ ਭਏ ਅਧੀਰੂ। ਬੇਦੀ ਕੁਲ ਦੇ ਰਿਸ਼ਤੇਦਾਰ, ਸਕੇ ਸੰਬੰਧੀ, ਭਾਈਚਾਰੇ ਵੇਖ ਵੇਖ ਕੇ ਘਬਰਾ ਰਹੇ, ਧੀਰਜਤਾ ਛੱਡ ਰਹੇ ਐ। ਭੂਰ ਬਿਸੂਰਤ ਸਭ ਪਰਵਾਰੂ। ਸਾਰਾ ਪਰਿਵਾਰ ਬਹੁਤ ਹੀ ਝੂਰਦਾ ਮਹਾਰਾਜ ਜੀ ਵੱਲ ਵੇਖ ਕੇ। ਰੋਜ ਨਾ ਪਾਏ ਨਹ ਕਰ ਉਪਚਾਰੂ। ਕਹਿੰਦੇ ਆ ਵੇਖੋ ਰੋਗ ਲੱਭ ਨਹੀਂ ਰਿਹਾ ਹੈ, ਇਹਦਾ ਕੀ ਇਲਾਜ ਕਰਵਾਈਏ, ਕਰਾਈਏ। ਕਾਲੂ ਸੋ ਬੋਲੇ ਮਿਲ ਸੋ। ਫਿਰ ਉਹ ਰਿਸ਼ਤੇਦਾਰ, ਗਵਾਂਢੀ, ਭਾਈਚਾਰਾ ਬਾਬਾ ਕਾਲੂ ਜੀ ਨੂੰ ਇਵੇਂ ਮਿਲ ਕੇ ਬੋਲੇ ਐ। ਤਵ ਤਨ ਜਹ ਕੋ ਦੁਖ ਹੈ ਕੋ। ਹੇ ਕਲਿਆਣ ਚੰਦ, ਧਿਆਨ ਕਿਉਂ ਨਹੀਂ ਦੇਣਾ? ਤੇਰੇ ਪੁੱਤਰ ਨੂੰ ਕੋਈ ਭਾਰੀ ਦੁੱਖ ਹੀ ਲੱਗਾ ਹੋਇਆ ਹੈ। ਤੂੰ ਨਿਚਿੰਤ ਫਿਰ ਹੈ ਕਹੋ ਕੈਸੇ। ਕਿਸ ਤਰ੍ਹਾਂ ਤੂੰ ਆ ਬੇਫਿਕਰ ਹੋ ਕੇ ਫਿਰਦਾ ਹੈ? ਇੱਕ ਸੁਤ ਬਹੁਰ ਰੁਜੀ ਪਾ ਐਸੇ। ਇੱਕ ਤੇਰੇ ਘਰ ਪੁੱਤਰ ਹੈ, ਉਹ ਵੀ ਬੜਾ ਭਾਰੀ ਰੋਗੀ
ਹੋ ਕੇ ਪਿਆ ਰਹਿੰਦਾ ਹੈ। ਵੈਦ ਬੁਲਾਏ ਇਲਾਜ ਕਰੀਜੈ। ਅਸੀਂ ਕਹਿੰਦੇ ਆ ਕੋਈ ਸਿਆਣਾ ਵੈਦ ਬੁਲਾ, ਹਕੀਮ ਤੇ ਇਲਾਜ ਕਰਵਾ ਦੇ ਇਹਨਾਂ ਦਾ। ਦਰਬ ਲੋਭ ਨਹਿ ਹਿਰਦੈ ਤਰੀਜੈ। ਆ ਪੈਸੇ ਦਾ ਲੋਭ ਜਿਹਾ ਨਾ ਹਿਰਦੇ ਵਿੱਚ ਧਰ, ਕਿਵੇਂ ਕੰਜੂਸ ਪੁਣਾ ਧਾਰਨ ਕੀਤਾ ਹੋਇਆ ਕਿ ਪੁੱਤਰ ਦਾ ਇਲਾਜ ਹੀ ਨਾ ਕਰਾਵਾਂ। ਜੇ ਤਵ ਤਾਤ ਅਰੋਗ ਜੀਵੰਤੂ। ਕਲਿਆਣ ਚੰਦ, ਜੇ ਤੇਰਾ ਪੁੱਤਰਾ ਨਿਰੋਗ ਹੋ ਗਿਆ ਕਿ ਰੋਗ ਤੋਂ ਰਹਿਤ ਹੋ ਕੇ ਜੇ ਜੀਵੇਗਾ, ਇਹ ਤੇ ਅਧਿਕ ਹੋਏ ਧਨਵੰਤੂ। ਇਹ ਵੱਡਾ ਹੋਵੇਗਾ, ਵੱਡਾ ਹੋ ਕੇ ਕਮਾਈ ਕਰੇਗਾ, ਫਿਰ ਤੂੰ ਬੜਾ ਧਨਵੰਤੂ ਧਨੀ ਧਨਾੜ ਹੋ ਜਾਵੇਂਗਾ। ਸੁਤ ਸਨੇਹ ਕੋ ਮਨ ਤੇ ਤਿਆਗੀ। ਕਲਿਆਣ ਚੰਦ, ਤੂੰ ਤੇ ਆਪਣੇ ਮਨ ਤੋਂ ਪੁੱਤਰ ਦਾ ਜਿਹੜਾ ਪ੍ਰੇਮ ਹੈ ਨਾ ਉਹਨੂੰ ਤੇ ਛੱਡਿਆ ਹੀ ਹੋਇਆ, ਕੰਜੂਸ ਬਣਿਆ ਹੋਇਆ ਹੈ। ਦਰਬ ਵਿਖੈ ਕਿਉ ਪਾ ਅਨੁਰਾਗੀ। ਪੈਸੇ ਵਿੱਚ ਕਿਵੇਂ ਤੂੰ ਪ੍ਰੇਮੀ ਪਿਆਰਾ ਹੋਇਆ, ਫਿਕਰ ਹੀ ਨਹੀਂ ਹੈ ਕਿ ਇੱਕੋ ਇੱਕ ਪੁੱਤਰ ਹੈ, ਉੱਠਦਾ ਨਹੀਂ ਹੈ, ਗੱਲ ਨਹੀਂ ਕਰਦਾ ਹੈ, ਰਾਤ ਦਿਨ ਜਿਹੜਾ ਵਹੀਆਂ ਪਟਵਾਰਖਾਨੇ ਦੇ ਕਾਗਜ਼ੀ ਫੋਲੀ ਜਾਂਦੇ ਤੁਸੀਂ। ਤਰਕ ਸੁਨਤ ਗਿਆਤਨ ਕੀ ਕਾਲੂ। ਇਵੇਂ ਸੰਬੰਧੀਆਂ ਨੇ ਉਹ ਬੋਲੀ ਜੀ ਮਾਰੀ ਆ, ਬੋਲੀ ਤਰਕ ਸੁਣ ਕੇ ਕਲਿਆਣ ਚੰਦ ਬਾਬਾ ਜੀ। ਉਤੋ ਅਨੁਜ ਟਿਗ ਤਹਿਸ਼ਨ ਲਾਲੂ। ਉਹ ਸਮੇਂ ਆਪਣਾ ਬਾਬਾ ਕਲਿਆਣ ਚੰਦ ਦਾ ਛੋਟਾ ਭਰਾ ਵੀ ਨੇੜੇ ਕੋਲ ਹੀ ਸੀ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਚਾਚਾ ਲਾਲੂ ਚੰਦ ਸਨ। ਵੈਦ ਬੁਲਾਵਨ ਹੇਤ ਪਠਾਇਆ। ਵੈਦ ਨੂੰ ਬੁਲਾਉਣ ਵਾਸਤੇ ਬਾਬਾ ਕਲਿਆਣ ਚੰਦ ਜੀ ਨੇ ਆਪਣੇ ਛੋਟੇ ਭਰਾ ਲਾਲੂ ਚੰਦ ਜੀ ਨੂੰ ਭੇਜਿਆ ਹੈ। ਲਾਲੂ ਤੇ ਘਰ ਜਾਏ ਬੁਲਾਇਆ। ਬਾਬਾ ਲਾਲੂ ਜੀ ਨੇ ਵੈਦ ਹਰਦਾਸ ਦੇ ਘਰ ਜਾ ਕੇ ਬੁਲਾਇਆ ਹੈ। ਨਾਮ ਜਾਸ ਹਰਦਾਸ ਹੁਲਾਸੀ। ਜੋ ਹਰਦਾਸ ਨਾਮ ਦਾ ਵੈਦ ਬੜਾ ਖੁਸ਼ੀ ਰਹਿੰਦਾ ਹੈ। ਜਗੇ ਭਾਗ ਗਾ ਟਿਗ ਸੁਖ ਰਾਖਸੀ। ਐਵੇਂ ਜਿਸ ਹਰਦਾਸ ਵੈਦ ਦੇ ਆ ਭਾਗ ਚੰਗੇ ਪੂਰਬਲੇ ਕੋਈ ਕਰਮੀ ਜਾਗੇ ਐ, ਸੁੱਖਾਂ ਦੀ ਰਾਸ ਗੁਰੂ ਨਾਨਕ ਸਾਹਿਬ ਜੀ ਪਾਸ ਕੋਲ ਚਲਾ ਗਿਆ। ਤਨ ਪਰ ਬਸਨ ਲਏ ਸੁਖਦਾਈ। ਸੁੱਖਾਂ ਨੂੰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਵਸਤਰ ਜਾ ਲੈ ਕੇ ਪਏ ਹੋਏ ਐ। ਜਹ ਪੌਡੇ ਆਇਓ ਤੇ ਥਾਈ। ਜਿੱਥੇ ਗੁਰੂ ਜੀ ਬਿਰਾਜਮਾਨ ਹੈ ਉਸ ਥਾਂ ਤੇ ਹਰਦਾਸ ਵੈਦ ਆ ਗਿਆ ਹੈ। ਕਾਲੂ ਕਹਿ ਸੋ ਬੈਦੰ ਸੁਨੀਏ। ਬਾਬਾ ਕਾਲੂ ਜੀ ਕਹਿੰਦੇ ਹੈ ਵੈਦ ਹਰਦਿਆਸ ਆ ਬਚਨ ਸੁਣੀਏ। ਕਰ ਬਿਲੋਕ ਇਹ ਰੁਜ ਕੋ ਗੁਨੀਏ। ਇਹਨਾਂ ਦਾ ਹੱਥ ਜਾ ਫੜ ਕੇ ਨਬਜ ਜੀ ਵੇਖ ਕੇ ਆ ਵੇਖੋ ਕੀ ਰੋਗ ਨੂੰ ਪਛਾਣੋ, ਵਿਚਾਰ ਕਰੋ। ਨਿਸ ਦਿਨ ਪਰਿਓ ਰਹਿ ਸਹ ਆਲਸ। ਇੱਕ ਤੇ ਮੈਂ ਇਹ ਗੱਲ ਦੱਸ ਦੇਣਾ ਹਾਂ ਕਿ ਰਾਤ ਦਿਨ ਐਵੇਂ ਪਏ ਰਹਿੰਦੇ ਮੰਜੀ ਉੱਪਰ ਆਲਸ ਦਲਿਦਰੀ ਦੇ ਸਹਿਤ ਹੋ ਕੇ। ਖਾਨ ਪਾਨ ਕੀ ਕਰੈ ਨਾ ਲਾਲਸ। ਨਾ ਖਾਂਦੇ ਨਾ ਪੀਂਦੇ, ਖਾਣ ਪੀਣ ਦੀ ਤੇ ਇੱਛਾ ਹੀ ਨਹੀਂ ਕਰਦੇ। ਪੀਤ ਬਦਨ ਤਨ ਖੀਨ ਕੁਡਾਰਾ। ਨਾ ਐੜਾ ਮੁੱਖ ਇਹਨਾਂ ਦਾ ਉਹ ਵੀ ਪੀਲਾ ਜਿਹਾ ਹੋ ਗਿਆ ਹੈ, ਸਰੀਰ ਕਮਜ਼ੋਰ ਹੋ ਗਿਆ ਹੈ, ਖੋਟੇ ਜਿਹੇ ਢੰਗ ਦਾ ਰੰਗ ਹੋ ਗਿਆ, ਭੈੜਾ ਜਿਹਾ। ਵੇਦਨ ਪਾਏ ਕਰਹੁ ਉਪਚਾਰਾ। ਵੇਖੋ ਤਕਲੀਫ ਕੀ ਹੈ, ਰੋਗ ਕੀ ਹੈ। ਤਕਲੀਫ ਰੋਗ ਨੂੰ ਪਾ ਕੇ ਚੰਗਾ ਦੇ ਕੇ ਇਲਾਜ ਕਰੋ। ਸੁਨ ਕਰ ਬਚਨ ਵੈਦ ਬੁੱਧਵੰਤਾ। ਜੋ ਹਰਦਾਸ ਵੈਦ ਬੜੀ ਬੁੱਧੀ ਵਾਲਾ ਹੈ, ਸੁਣ ਕੇ ਬਾਬਾ ਕਾਲੂ ਜੀ ਦੇ ਬਚਨ। ਬੈਠਿਓ ਨਿਕਟ ਤਬਹਿ ਜਗ ਕੰਤਾ। ਜਗਤ ਦੇ ਨਾਥ, ਜਗਤ ਦੇ ਖਸਮ ਮਾਲਕ ਗੁਰੂ ਨਾਨਕ ਸਾਹਿਬ ਜੀ ਜੋ ਹਨ, ਉਹਨਾਂ ਪਾਸ ਜਾ ਬੈਠਾ ਵੈਦ। ਆਨਨ ਪਰ ਤੇ ਬਸਨ ਉਗਾਰਾ। ਕੋਲ ਜਾ ਕੇ ਬੈਠ ਗਿਆ ਹੈ। ਗੁਰੂ ਜੀ ਦੇ ਮੁਖ ਉੱਪਰੋਂ ਉਹ ਵਸਤਰ ਕਪੜਾ ਜਾ ਤਾਂ ਚੁੱਕਿਆ ਇਸ ਨੇ। ਹੇਰਤ ਧਮਨੀ ਕਰ ਕਰ ਧਾਰਾ। ਹੱਥ ਵਿੱਚ ਆਪਣੇ ਗੁਰੂ ਸਾਹਿਬ ਜੀ ਦਾ ਹੱਥ ਲੈ ਕੇ
ਉਹ ਨਾੜੀ ਜੀ ਨਬਜ ਜੀ ਵੇਖਦਾ ਇਹ ਵੈਦ ਹਰਦਿਆਸ। ਵੈਦ ਬਦਨ ਦੁਖ ਕਦਨ ਸੋ ਦੇਖਾ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਵੈਦ ਦਾ ਮੁਖ ਦੇਖਿਆ ਹੈ। ਜਿਸ ਕੋ ਮਨ ਅਨੁਕੰਪ ਵਿਸ਼ੇਖਾ। ਜਿਸ ਹਰਦਾਸ ਦੇ ਮਨ ਵਿੱਚ ਕਿਰਪਾ ਬਹੁਤੀ ਜ਼ਿਆਦੀ ਹੈ, ਬੜਾ ਭਰੋਸਾ ਉਸ ਨੂੰ ਵੀ ਮੈਂ ਠੀਕ ਕਰ ਦੇਵਾਂਗਾ ਇਹਨਾਂ ਨੂੰ। ਕਰ ਤੇ ਕਰਖ ਲਿਓ ਨਿਜ ਕਰ ਕੋ। ਇਹ ਹਰਦਾਸ ਵੈਦ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਹੱਥ ਆਪਣੇ ਹੱਥ 'ਚ ਫੜਿਆ, ਨਬਜ ਦੇਖ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਹੱਥ ਹਰਦਾਸ ਦੇ ਹੱਥ ਵਿੱਚੋਂ ਖਿੱਚ ਲਿਆ ਪਿਛਾਂਹ ਵੱਲ ਨੂੰ। ਉਠ ਬੈਠੇ ਦੇਵਨ ਮਤ ਬਰ ਕੋ। ਸ੍ਰੇਸ਼ਟ ਮਤ ਨੂੰ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਉੱਠ ਕਰਕੇ ਬੈਠ ਗਏ ਹੈ। ਬਚ ਬੋਲੇ ਉਤਪਲ ਦਲ ਲੋਚਨ। ਜਿਨ੍ਹਾਂ ਸਤਿਗੁਰਾਂ ਦੇ ਨੇਤਰ ਕਵਲ ਦੀਆਂ ਪੰਖੜੀਆਂ ਵਰਗੇ ਚੌੜੇ ਐ, ਬਚਨ ਬੋਲੇ ਐ। ਸੁਖਦ ਅਚਲ ਭਵ ਬੰਦ ਬਿਮੋਚਨ। ਸੁਖ ਦੇਣ ਵਾਲੇ ਅਟਲ ਸੰਸਾਰ ਦੇ ਮੋਹ ਮਮਤਾ ਦੇ ਬੰਦਰਾਂ ਨੂੰ ਕੱਟਣ ਵਾਲੇ ਐਸੇ ਬਚਨ ਬੋਲੇ ਗੁਰੂ ਮਹਾਰਾਜ ਜੀ। ਗਹੋ ਹਾਥ ਕੇ ਸਾਥ ਸੋ ਹਾਥਾ। ਇਹ ਵੈਦ ਆਪਣੇ ਹੱਥ ਵਿੱਚ ਸਾਡਾ ਹੱਥ ਜਾ ਕਿਉਂ ਫੜਿਆ ਤੁਸਾਂ? ਕਿਆ ਤੁਮ ਜੀਓ ਕਹੋ ਨਿਜ ਗਾਥਾ। ਆਪਣੇ ਹੱਥ ਵਿੱਚ ਸਾਡਾ ਹੱਥ ਜਾ ਫੜਿਆ ਤੁਸਾਂ ਨੇ, ਤੁਹਾਡੇ ਜੀਵ ਵਿੱਚ ਕੀ ਹੈ? ਤੁਸੀਂ ਆਪਣੀ ਗੱਲ ਸਾਨੂੰ ਕਹੋ, ਦੱਸੋ। ਸੁਨ ਕਰ ਭੇਖਕ ਬਚਨ ਉਚਾਰੇ। ਸੁਣ ਕਰਕੇ ਜੜੀ ਬੂਟੀ ਕਰਨ ਵਾਲਾ ਵੈਦ ਗੁਰੂ ਨਾਨਕ ਸਾਹਿਬ ਜੀ ਨੂੰ ਇਵੇਂ ਬਚਨ ਕਹਿਣ ਲੱਗਾ। ਹਾਂ ਹੇਰੋਂ ਜੋ ਰੋਗ ਤੁਮਾਰੇ। ਇਹ ਗੁਰੂ ਨਾਨਕ ਸਾਹਿਬ, ਜੋ ਤੁਹਾਨੂੰ ਕੋਈ ਰੋਗ ਹੋਇਆ ਹੋਗਾ, ਤੁਹਾਡੇ ਰੋਗ ਨੂੰ ਮੈਂ ਵੇਖਾਂਗਾ, ਵੇਖ ਕਰਕੇ। ਪਿੱਤ ਵਾਏ ਕਫ ਸ਼੍ਰੋਣਤ ਚਾਰੂ। ਚਾਰ ਤਰ੍ਹਾਂ ਦੇ ਜਿਹੜੇ ਐ ਉਹ ਰੋਗ ਹੁੰਦੇ ਐ। ਪਿੱਤ ਜਿਹੜੇ ਗਰਮੀ ਕਰਕੇ ਹੋ ਜਾਂਦੇ ਐ, ਕਫ ਜਿਹੜੇ ਬਲਗਮ ਕਰਕੇ ਵੱਧ ਜਾਂਦੇ ਆ ਰੋਗ, ਵਾਏ ਜਿਹੜੇ ਵਾਈ ਕਰਕੇ ਹੋ ਜਾਂਦੇ ਰੋਗ, ਸ਼੍ਰੋਣਤ ਜਿਹੜੇ ਖੂਨ ਕਰਕੇ ਰੋਗ ਹੋ ਜਾਂਦੇ, ਫੋੜੇ ਫਿੰਸੀਆਂ ਦਦਰਾਂ ਲੂਤਾਂ ਆਦਿਕ। ਇਹ ਚਾਰ ਤਰ੍ਹਾਂ ਦੇ ਰੋਗ ਹਨ। ਇਨ੍ਹਾਂ ਤੇ ਤਨ ਮਹਿ ਹੋਤ ਵਿਕਾਰੂ। ਆ ਪਿੱਤ ਵਾਏ ਕਫ ਸ਼੍ਰੋਣਤ, ਗੁਰੂ ਨਾਨਕ ਸਾਹਿਬ ਜੀ ਇਹਨਾਂ ਕਰਕੇ ਆ ਸਰੀਰ ਵਿੱਚ ਵਿਗਾੜ ਹੋ ਜਾਂਦਾ ਹੈ। ਜਿਹੇ ਕੋ ਮੈਂ ਵਿਕਾਰ ਅਪਹੇਰੋਂ। ਜਿਸ ਰੋਗ ਦਾ ਵਿਕਾਰ ਕਿ ਪਿੱਤ ਵਧੀ ਹੈ, ਕਿ ਕਫ ਵਧਿਆ ਹੈ, ਆ ਖੂਨ ਦੀ ਖਰਾਬੀ ਹੋਈ ਹੈ, ਵਾਈ ਵਧੀ ਹੈ, ਜਿਸ ਰੋਗ ਦਾ ਵਿਕਾਰ ਮੈਂ ਵੇਖਾਂਗਾ ਵਿਗਾੜ, ਤੇ ਪਰ ਕਰ ਉਪਚਾਰ ਨਬੇਰੋਂ। ਉਸ ਉੱਪਰ ਮੈਂ ਇਲਾਜ ਕਰਾਂਗਾ, ਇਲਾਜ ਕਰਕੇ ਆ ਮੁੱਢ ਤੋਂ ਹੀ ਨਿਬੇੜ ਦਿਆਂਗਾ ਉਸ ਰੋਗ ਨੂੰ। ਪਥ ਕੋ ਰਾਖ ਔਖਦੀ ਖਾਵੋ। ਮੈਂ ਤੁਹਾਨੂੰ ਆ ਦਵਾਈ ਦਿਆਂਗਾ, ਉਹ ਪਥ ਪਰਹੇਜ ਨਾਲ ਤੁਸੀਂ ਖਾਇਓ। ਹੋਏ ਅਰੋਗ ਤਨ ਤੇ ਸੁਖ ਪਾਵੋ। ਪਥ ਪਰਹੇਜ ਨੂੰ ਰੱਖ ਕੇ ਉਹ ਦਵਾਈ ਖਾਇਓ, ਉਹ ਅਰੋਗ ਤੋਂ ਜਿਹੜਾ ਤੁਹਾਡਾ ਸਰੀਰ ਹੈ ਅਰੋਗ ਹੋ ਜਾਵੇਗਾ, ਉਸ ਰੋਗ ਤੋਂ ਰਹਿਤ ਹੋ ਜਾਵੇਗਾ, ਤੁਸੀਂ ਸਰੀਰ ਕਰਕੇ ਸੁਖ ਪਾਓਗੇ। ਫਿਰ ਅਸਨ ਖਾਨ ਕੀ ਰੁਚ ਉਪਜੈ ਹੈ। ਹੁਣ ਤੇ ਤੁਸੀਂ ਨਾ ਕੁਝ ਖਾਂਦੇ ਨਾ ਪੀਂਦੇ ਹੋ, ਫਿਰ ਭੋਜਨ ਖਾਣ ਦੀ ਜਿਹੜੀ ਰੁਚੀ ਪ੍ਰੀਤੀ ਉਹ ਵੀ ਪੈਦਾ ਹੋ ਜਾਵੇਗੀ। ਨਿਰਬਲ ਦੇਹ ਬਲੀ ਪੁਨ ਹੋਵੇ ਹੈ। ਕਮਜ਼ੋਰ ਜਿਹੜੀ ਦੇਹ ਹੋਈ ਪਈ ਹੈ, ਫਿਰ ਬਲ ਵਾਲੀ ਰਿਸ਼ਟ ਪੁਸ਼ਟ ਪਹਿਲਾਂ ਵਾਂਗ ਹੋ ਜਾਵੇਗੀ। ਵੈਦ ਬਚਨ ਸੁਨ ਪੰਕਜ ਬਦਨਾ। ਕਵਲ ਵਰਗੇ ਮੁਖ ਵਾਲੇ ਗੁਰੂ ਨਾਨਕ ਸਾਹਿਬ ਜੀ ਵੈਦ ਹਰਦਿਆਸ ਦੇ ਬਚਨ ਸੁਣ ਕੇ ਤੇ ਪ੍ਰਤ ਬੋਲੇ ਸਭ ਸੁਖ ਸਦਨਾ। ਸੁੱਖਾਂ ਦੇ ਘਰ ਸਤਿਗੁਰੂ ਨਾਨਕ ਸਾਹਿਬ ਜੀ ਹਰਦਾਸ ਵੈਦ ਦੇ ਪ੍ਰਤੀ ਇਵੇਂ ਬਚਨ ਬੋਲੇ ਆ, ਸ਼ਲੋਕ ਉਚਾਰਨ ਕੀਤਾ ਹੈ। ਸ੍ਰੀ ਮੁਖ ਵਾਕ ਸ਼ਲੋਕ ਮਹੱਲਾ ਪਹਿਲਾ। ਮਲਾਰ ਰਾਗ ਦੇ ਵਿੱਚ ਮਲਾਰ ਕੀੜੀ ਵਾਰ ਉੱਥੇ ਆਉਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਹਰਦਾਸ ਵੈਦ ਦੇ ਤਾਈਂ ਉਪਦੇਸ਼ ਕਰਦੇ ਹੈ।
ਵੈਦ ਬੁਲਾਇਆ ਵੈਦਗੀ। ਮਹਾਰਾਜ ਕਹਿਣ ਲੱਗੇ ਹਰਦਾਸ ਵੈਦ ਨੂੰ ਕਿ ਹਰਦਾਸ ਵੈਦ, ਤੁਹਾਨੂੰ ਸਾਡੇ ਮਾਤਾ ਪਿਤਾ ਜੀ ਨੇ ਜੜੀ ਬੂਟੀ ਦਵਾਈ ਕਰਨ ਵਾਸਤੇ ਘਰ ਵਿੱਚ ਬੁਲਾਇਆ ਹੈ, ਪਕੜ ਟੰਡੋਲੇ ਬਾਹਾਂ। ਤੇ ਤੁਸੀਂ ਆ ਸਾਡੀ ਬਾਂਹ ਜੀ ਪਕੜ ਕੇ ਨਬਜ ਜੀ ਵੇਖ ਕੇ ਢੰਡੋਲ ਦੇ ਰੋਗ ਲੱਭਦੇ ਫਿਰਦੇ ਹੋ। ਭੋਲਾ ਵੈਦ ਨਾ ਜਾਣਈ। ਹਰਦਾਸ ਵੈਦ ਜੀ ਤੁਸੀਂ ਭੋਲੇ ਹੋ। ਭੋਲਾ ਵੈਦ ਇਹ ਰੋਗ ਪਛਾਨਣਾ ਨਹੀਂ ਜਾਣਦਾ, ਦਵਾਈ ਇਹ ਨਹੀਂ ਜਾਣਦਾ। ਕਰਕ ਕਲੇਜੇ ਮਾਹੇ। ਤੁਸੀਂ ਆ ਨਬਜ ਫੜੀ ਫਿਰਦੇ ਹੋ ਕਿ ਰੋਗ ਲੱਭ ਲਈਏ। ਹਰਦਾਸ ਵੈਦ ਜੀ ਤੁਸੀਂ ਭੋਲੇ ਹੋ, ਵੈਦਗੀ ਕਰਨੀ ਜਾਣਦੇ ਨਹੀਂ ਹੋ। ਜਿਹੜਾ ਰੋਗ ਉਹਦੇ ਕਲੇਜੇ ਦਿਲ ਵਿੱਚ ਹੈ, ਜਿਹੜਾ ਰੋਗ ਹੈ ਉਹ ਤੇ ਕਲੇਜਾ ਜਿਹੜਾ ਦਿਲ ਹੈ ਇਹਦੇ ਵਿੱਚ ਤਕਲੀਫ ਹੈ ਸਾਨੂੰ। ਮਹੱਲਾ ਦੂਜਾ। ਇਸ ਤਰ੍ਹਾਂ ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ, ਸਾਰੀ ਸੰਗਤ ਇਹ ਕਥਾ ਸੁਣ ਰਹੀ ਸੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ। ਸਿੱਖ ਜਿਹੜੇ ਕਹਿਣ ਲੱਗੇ, ਮਹਾਰਾਜ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ, ਸਤਿਗੁਰੂ ਜੀ ਜਿਹੜਾ ਸਤਿਗੁਰਾਂ ਨੇ ਹਰਦਾਸ ਵੈਦ ਦੇ ਤਾਈਂ ਉਪਦੇਸ਼ ਕੀਤਾ ਹੈ, ਵੈਦ ਬੁਲਾਇਆ ਵੈਦਗੀ ਪਕੜ ਢੰਡੋਲੇ ਬਾਹ, ਭੋਲਾ ਵੈਦ ਨਾ ਜਾਣੇ ਕਰਕ ਕਲੇਜੇ ਮਾਹੇ। ਇਹ ਜਿਹੜੇ ਮਹਾਰਾਜ ਬਚਨ ਉਚਾਰਨ ਕੀਤੇ ਹੈ, ਇਹਨਾਂ ਦੀ ਸਾਨੂੰ ਪੂਰੀ ਸਮਝ ਨਹੀਂ ਪਈ ਵੀ ਕੀ ਸਤਿਗੁਰਾਂ ਨੇ ਉਪਦੇਸ਼ ਕੀਤਾ ਹੈ। ਜੋ ਉਪਦੇਸ਼ ਕੀਤਾ ਉਹਦਾ ਮਹਾਰਾਜ ਮਤਲਬ ਆਪ ਜੀ ਥੋੜ੍ਹਾ ਖੋਲ੍ਹ ਕੇ ਸਮਝਾਓ। ਫਿਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਵੱਲੋਂ ਸ਼ਬਦ ਉਚਾਰਨ ਕੀਤਾ, ਇੱਕ ਸ਼ਲੋਕ ਆਪ ਉਹ ਦੱਸਿਆ ਵੀ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਹਰਦਾਸ ਵੈਦ ਦੇ ਤਾਈਂ ਆਪ ਉਪਦੇਸ਼ ਕੀਤਾ ਸੀ। ਮਹੱਲਾ ਦੂਜਾ। ਗੁਰੂ ਅੰਗਦ ਦੇਵ ਮਹਾਰਾਜ ਜੀ ਸੰਗਤ ਨੂੰ ਸਮਝਾਉਂਦੇ ਹੋਏ ਦੱਸ ਰਹੇ ਵੀ ਗੁਰੂ ਨਾਨਕ ਜੀ ਨੇ ਕੀ ਉਪਦੇਸ਼ ਕੀਤਾ ਸੀ ਹਰਦਾਸ ਵੈਦ ਨੂੰ। ਵੈਦਾ ਵੈਦ ਸੋ ਵੈਦ ਤੂੰ। ਮਹਾਰਾਜ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ, ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਹਰਦਾਸ ਵੈਦ ਤੂੰ ਵੈਦਾਂ ਵਿੱਚੋਂ ਚੰਗਾ ਵੈਦ ਤਾਂ ਹੈ। ਪਹਿਲਾ ਰੋਗ ਪਛਾਣ। ਪਹਿਲਾਂ ਤੂੰ ਆਪਣੇ ਹਉਮੈ ਦਾ ਜਿਹੜਾ ਰੋਗ ਹੈ ਨਾ, ਸਰੀਰ ਦੀ ਹੰਗਤਾ ਕਿ ਮੈਂ ਸਰੀਰ ਹਾਂ, ਪਹਿਲਾਂ ਇਹ ਹੰਕਾਰ ਹਉਮੈ ਦੇ ਰੋਗ ਨੂੰ ਪਛਾਣ। ਐਸਾ ਦਾਰੂ ਲੋੜ ਲਹੋ। ਐਸਾ ਜਿਹੜਾ ਦਵਾ ਦਾਰੂ ਹੈ ਉਹ ਤੂੰ ਲੋੜ ਲਓ, ਲੱਭ ਲਓ, ਆ ਚਾਲ ਹੋ। ਜਿਤ ਵੰਜੈ ਰੋਗਾ ਕਾਣ। ਜਿਤ ਦਾਰੂ ਦੇ ਨਾਲ ਕਾਣ ਰੋਗਾ ਕਾਣ, ਸਮੂਹ ਜਿਹੜੇ ਰੋਗ ਹਉਮੈ ਦੇ ਸਹਿਤ ਮੰਨੇ ਕਈਏ ਚਲੇ ਜਾਣ। ਜਿਤ ਦਾਰੂ ਰੋਗ ਉੱਠੀ ਹੈ। ਜਿਸ ਦਵਾ ਦਾਰੂ ਦੇ ਨਾਲ ਆ ਜਿਹੜਾ ਰੋਗ ਹਉਮੈ ਦਾ ਉੱਠ ਜਾਵੇ, ਚਲਿਆ ਜਾਵੇ, ਤਨ ਸੁਖ ਵਸੈ ਆਏ। ਸਾਰੇ ਸਰੀਰ ਦੇ ਵਿੱਚ ਹੀ ਜਿਹੜਾ ਪਰਮ ਸੁਖ ਆ ਕੇ ਵਸੇ। ਰੋਗ ਗਵਾਏ ਹੈ ਆਪਣਾ। ਹੇ ਹਰਦਾਸ ਵੈਦ, ਜੇ ਤੂੰ ਆਪਣਾ ਇਹ ਹਉਮੈ ਦਾ ਰੋਗ ਨੂੰ ਗਵਾ ਲੈ ਤਾਂ ਨਾਨਕ ਵੈਦ ਸਦਾਏ। ਤਾਂ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਵੈਦ ਸਦਾ ਸਕਦਾ ਹੈ, ਤਾਂ ਤੈਨੂੰ ਵੈਦ ਕਿਹਾ ਜਾ ਸਕਦਾ ਜੇ ਤੂੰ ਆਪਣਾ ਹਉਮੈ ਦਾ ਰੋਗ ਦੂਰ ਕਰ ਲਵੇਂ। ਜੇ ਤੈਨੂੰ ਆਪਣੇ ਹਉਮੈ ਦਾ ਰੋਗ ਲੱਗਾ ਹੋਇਆ ਹੈ, ਸਰੀਰ ਦੀ ਹੰਗਤਾ ਹੈ, ਮਮਤਾ ਹੈ, ਫਿਰ ਤੂੰ ਕਾਹਦਾ ਵੈਦ, ਕੀ ਤੈਨੂੰ ਵੈਦ ਕਹੀਏ। ਚੌਪਈ ਲੱਗਿਓ ਆਦ ਕੋ ਹਉਮੈ ਰੋਗੂ। ਦੂਸਰੇ ਸ਼ਬਦ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਨੇ ਇਹ ਸ਼ਬਦ ਸੁਣਾ ਕੇ ਸੰਗਤ ਨੂੰ ਕਿਹਾ ਸੀ ਵੀ ਸੰਗਤ ਜੀ ਇਹ ਜਿਹੜਾ ਮਤਲਬ ਹੈ ਗੁਰੂ ਜੀ ਨੇ ਇਹ ਤੁਹਾਨੂੰ ਖੋਲ੍ਹ ਕੇ ਸੁਣਾਇਆ ਵੀ ਗੁਰੂ ਨਾਨਕ ਸਾਹਿਬ ਜੀ ਨੇ ਹਰਦਾਸ ਵੈਦ ਨੂੰ ਇਹ ਬਚਨ ਕਹੇ ਸੀ। ਭਾਈ ਸਾਹਿਬ ਸੰਤੋਖ ਸਿੰਘ ਜੀ, ਭਾਈ ਬਾਲਾ ਆਦਿਕ ਇਵੇਂ ਉਹ ਅੱਗੋਂ ਕਥਾ ਆਰੰਭ ਕਰਦੇ ਕਹਿ ਰਹੇ ਹੈ, ਲੱਗਿਓ ਆਦਿ ਕੋ ਹਉਮੈ ਰੋਗ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਰਦਾਸ ਵੈਦ ਇਹ ਜੀਵ ਨੂੰ ਤੇ ਤੈਨੂੰ
ਇਹ ਤੇ ਪਹਿਲਾਂ ਹੀ ਜਿਹੜਾ ਹਉਮੈ ਦਾ ਰੋਗ ਲੱਗਿਆ ਹੋਇਆ ਹੈ। ਜਿਹੇ ਤੇ ਮਹਾ ਦੁਖੀ ਸਭ ਲੋਗ। ਜਿਸ ਹਉਮੈ ਦੇ ਰੋਗ ਤੇ ਬੜੇ ਦੁਖੀ ਹੈ ਸਾਰੇ ਲੋਗ। ਜਗ ਮਹਿ ਜਨਮ ਮਰਨ ਕੋ ਕਾਰਨ। ਇਹ ਜਿਹੜਾ ਹਉਮੈ ਦਾ ਰੋਗ ਹੈ ਨਾ, ਜਗਤ ਦੇ ਵਿੱਚ ਜੰਮਣ ਮਰਨ ਦਾ ਕਾਰਨ ਹੀ ਇਹੋ ਹੈ। ਜਿਹੜਾ ਬੰਦਾ ਜੰਮ ਕੇ ਆਉਂਦਾ ਮਰ ਕੇ ਜਾਂਦਾ, ਹਉਮੈ ਦਾ ਰੋਗ ਹੀ ਹੈ। ਸਰੀਰ ਦੀ ਹੰਗਤਾ ਤੇ ਮਮਤਾ ਇਹੋ ਬੰਦੇ ਨੂੰ ਰੋਗ ਵੱਡਾ ਹੈ। ਹਉਮੈ ਵਿੱਚ ਆਇਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਜੰਮਿਆ, ਹਉਮੈ ਵਿੱਚ ਮੋਆ, ਹਉਮੈ ਵਿੱਚ ਦਿੱਤਾ, ਹਉਮੈ ਵਿੱਚ ਲਿਆ, ਹਉਮੈ ਵਿੱਚ ਖੱਟਿਆ, ਹਉਮੈ ਵਿੱਚ ਗਿਆ, ਹਉਮੈ ਵਿੱਚ ਸੱਚਿਆਰ ਕੂੜਿਆਰ, ਹਉਮੈ ਵਿੱਚ ਪਾਪ ਪੁੰਨ ਵਿਚਾਰ। ਇਹ ਹਉ ਜਿਹੜੀ ਹੰਕਾਰ ਉਹਦਾ ਹੀ ਕਾਰਨ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ ਫਿਰ ਜੋਨੀ ਪਾਹੈ। ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ ਹਉਮੈ ਦਾ। ਹੇ ਹਰਦਾਸ ਵੈਦ, ਇਹ ਜੰਮਣ ਮਰਨ ਦਾ ਜਿਹੜਾ ਰੋਗ ਹੈ ਨਾ ਹਉਮੈ ਦਾ, ਇਹੀ ਜੰਮਣ ਮਰਨ ਬੰਦੇ ਨੂੰ ਜਨਮ ਦਿਵਾਉਂਦਾ ਹੈ, ਇਹੀ ਵੱਡਾ ਕਾਰਨ ਹੈ। ਕਿਹੇ ਉਪਚਾਰ ਨਾ ਹੋਤ ਨਿਵਾਰਣਾ। ਇਹ ਜਿਹੜਾ ਰੋਗ ਹੈ ਹਉਮੈ ਦਾ, ਕਿਸੇ ਦਵਾਈ ਇਲਾਜ ਦੇ ਨਾਲ ਨਿਵਰਤ ਨਹੀਂ ਹੁੰਦਾ। ਕਿਸੇ ਇਹ ਤਪ ਜਲ ਧਾਰਾਂ ਕਰਨੀਆਂ ਜਾਂ ਧੂਣੀਆਂ ਤਖਾਉਣੀਆਂ, ਪੁੱਠੇ ਲਟਕਣਾ, ਕਪਾਲੀ ਆਸਣ ਆਦਿਕ ਕਰਨੇ, ਇਹਨਾਂ ਤਪ ਰੂਪੀ ਦਵਾਈਆਂ ਦੇ ਨਾਲ ਵੀ ਹਉਮੈ ਦਾ ਰੋਗ ਨਹੀਂ ਨਿਵਰਤ ਹੁੰਦਾ। ਆਪਨ ਆਪ ਕੋ ਹੇਰਹੁ ਆਮੀ। ਹਰਦਾਸ ਵੈਦ ਜੀ, ਪਹਿਲਾਂ ਤੁਸੀਂ ਆਪਣੇ ਆਪ ਨੂੰ ਤੇ ਵੇਖੋ ਕਿ ਤੁਸੀਂ ਬੜੇ ਵੱਡੇ ਆ ਹਉਮੈ ਦੇ ਰੋਗ ਕਰਕੇ ਰੋਗੀ ਹੋ। ਕਰਹੁ ਅਵਰ ਕੋ ਬੈਸ, ਕਰਹੁ ਅਵਰ ਕੋ ਕੈਸ ਅਨਾਮੀ। ਜੋ ਬੰਦਾ ਆਪ ਰੋਗੀ ਹੈ ਉਹ ਕਿਸੇ ਨੂੰ ਕਿਵੇਂ ਅਰੋਗੀ ਕਰ ਸਕਦਾ ਹੈ? ਤੁਸੀਂ ਤੇ ਆਪ ਹਉਮੈ ਦੇ ਰੋਗ ਵਿੱਚ ਗ੍ਰਸੇ ਹੋਏ ਹੋ, ਫਿਰ ਦੂਜਿਆਂ ਦਾ ਰੋਗ ਕਿਵੇਂ ਦੂਰ ਕਰ ਸਕਦੇ ਹੋਰਾਂ ਦਾ? ਜਿਸ ਭੇਖਜ ਤੇ ਹਉਮੈ ਜਾਈ। ਵੈਦ ਸਾਹਿਬ ਜੀ, ਜਿਸ ਦਵਾਈ ਦੇ ਕਰਕੇ ਆ ਰੋਗ ਹਉਮੈ ਦਾ ਚਲਿਆ ਜਾਵੇ। ਅਬ ਚੱਲ ਸੁਖ ਵਸਹਿ ਤਨ ਆਈ। ਅਬ ਚੱਲ ਬਨਾਸੀ ਨਾ ਜਾਣ ਵਾਲਾ ਸੁਖ ਸਰੀਰ 'ਚ ਆ ਕੇ ਵਸ ਜਾਵੇ। ਸੋ ਉਪਚਾਰ ਕਰੇ ਜੇ ਕੋ। ਜਿਹੜਾ ਕੋਈ ਇਹੋ ਜਿਹਾ ਇਲਾਜ ਦਵਾਈ ਕਰਦਾ ਵੀ ਮੇਰੇ ਅੰਦਰ ਹਉਮੈ ਦਾ ਰੋਗ ਦੂਰ ਹੋ ਜੇ। ਨਿਜ ਰੁਜ ਖੋਏ ਬੈਦ ਪਲ ਸੋ। ਉਹ ਆਪਣੇ ਹਉਮੈ ਦੇ ਰੋਗ ਨੂੰ ਗਵਾ ਲੈਂਦਾ ਹੈ। ਜਿਹੜਾ ਇਹੋ ਜਿਹਾ ਇਲਾਜ ਕਰਦਾ, ਸਾਡੇ ਖਿਆਲਾਂ ਅਨੁਸਾਰ ਉਹ ਚੰਗਾ ਵੈਦ ਹਕੀਮ ਹੈ। ਜਨਮ ਮਰਨ ਤੇ ਮੁਕਤਾ ਹੋਈ। ਉਹ ਵੈਦ ਜੰਮਣ ਮਰਨ ਤੋਂ ਮੁਕਤ ਹੋ ਜਾਂਦਾ, ਰਹਿਤ ਹੋ ਜਾਂਦਾ ਹੈ। ਬਹਰ ਨਾ ਰੋਗ ਵਿਆਪੈ ਕੋਈ। ਜਿਸ ਦਾ ਹਉਮੈ ਦਾ ਰੋਗ ਜਿਸ ਦਾ ਮਰ ਗਿਆ, ਉਸ ਨੂੰ ਮੁੜ ਕੋਈ ਰੋਗ ਨਹੀਂ ਵਿਆਪਦਾ। ਰੁਜ ਪਰਖਨ ਪੁਨ ਤਿਨ ਕੋ ਹਰਨੇ। ਹਰਦਾਸ ਵੈਦ ਜੀ, ਜੇ ਤੂੰ ਆਪਣੇ ਹਉਮੈ ਦੇ ਰੋਗ ਨੂੰ ਪਰਖਣਾ ਚਾਹੁੰਦਾ ਹੈ ਤੇ ਉਸ ਨੂੰ ਨਾਸ ਕਰਨਾ ਚਾਹੁੰਦਾ ਹੈ। ਸੁਨਿਓ ਚਾਹਤ ਹੋ ਮਨ ਦ੍ਰਿੜ ਕਰਨੇ। ਮਨ ਨੂੰ ਐ ਪੱਕਿਆਂ ਕਰਕੇ ਦ੍ਰਿੜ ਕਰਕੇ ਜੇ ਤੂੰ ਸੁਣਨਾ ਚਾਹੁੰਦਾ ਹੈ ਕਿ ਮੇਰਾ ਹਉਮੈ ਦਾ ਰੋਗ ਦੂਰ ਹੋ ਜੇ, ਤੋ ਉਚਰਹੁ ਨਿਜ ਹਿਰਦੇ ਚਾਹੂ। ਜੇ ਤੇਰੇ ਆਪਣੇ ਹਿਰਦੇ ਵਿੱਚ ਚਾਹਨਾ ਇੱਛਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਮੈਂ ਕਹਿਣਾ ਹਾਂ ਤੂੰ ਸੁਣ। ਸਭੈ ਕਹਾਂ ਮੈਂ ਤੁਮਰੇ ਪਾਹੂ। ਸਾਰਾ ਉਹ ਹਉਮੈ ਦੇ ਰੋਗ ਨੂੰ ਦੂਰ ਕਰਨ ਦਾ ਜਿਹੜਾ ਉਪਾਅ ਇਲਾਜ ਹੈ, ਦਵਾ ਹੈ, ਦਾਰੂ ਹੈ, ਮੈਂ ਕਹਿਣਾ ਹਾਂ ਖੋਲ ਕੇ ਤੂੰ ਸੁਣ ਵੈਦ। ਅਸ ਬਿਦ ਸੁਨੇ ਵੈਦ ਬਚ ਜਬਹੀ। ਜਦੋਂ ਹਰਦਾਸ ਵੈਦ ਜਿਹੜਾ ਬੁੱਢਾ ਹੋ ਰਿਹਾ ਸੀ, ਬੜਾ ਸਿਆਣਾ, ਗੁਰੂ ਨਾਨਕ ਸਾਹਿਬ ਜੀ ਦੇ ਜਦੋਂ ਇਹੋ ਜਿਹੇ ਬਚਨ ਸੁਣੇ ਨੇ, ਬਿਸਮੈ ਹੋਏ ਵਿਚਾਰਤ ਤਬਹੀ। ਹੈਰਾਨ ਹੋ ਗਿਆ ਕਿ ਇੰਨੀ ਇਹਨਾਂ ਦੀ ਸਮੱਤ ਹੈ। ਵਿਚਾਰਨ ਲੱਗਾ ਮਨ ਵਿੱਚ, ਕੋ ਨਰ ਇਹ ਨੁਤ ਹੈ ਉਚਾਰੀ। ਵਿਚਾਰਦਾ ਕਹਿੰਦਾ ਕੋਈ ਜਿਹੜਾ ਇਹਨਾਂ ਦੀ ਉਸਤਤ ਕਰਦਾ ਮੈਂ ਸੁਣਿਆ ਸੀ। ਸੁਨਤ ਹੋ ਤੋ ਅਬ ਨੈਣ ਨਿਹਾਰੀ। ਜਿਹੜਾ ਕੋਈ, ਕਿਉਂਕਿ ਸਾਰੇ ਤੇ ਗੁਰੂ ਜੀ ਦੀ ਉਸਤਤ ਨਹੀਂ ਸੀ ਕਰਦੇ,
ਜਿਹੜੇ ਸਿਆਣੇ ਗਿਆਨੀ ਪੁਰਸ਼ ਸੀ ਉਹੀ ਗੁਰੂ ਜੀ ਦੀ ਵਡਿਆਈ ਕਰਦੇ ਜਾਣਦੇ ਸੀ ਵੀ ਗੁਰੂ ਪਰਮੇਸ਼ਰ ਆਏ ਹੋਏ ਗੁਰੂ ਨਾਨਕ ਸਾਹਿਬ ਜੀ। ਹੁਣ ਇਹ ਹਰਦਾਸ ਵੈਦ ਵਿਚਾਰਦਾ ਹੈ ਵੀ ਕੋਈ ਜਿਹੜਾ ਸਿਆਣਾ ਪੁਰਸ਼ ਸੀ ਉਹ ਇਹਨਾਂ ਦੀ ਵਡਿਆਈ ਵਿਚਾਰਦਾ ਹੁੰਦਾ ਸੀ। ਮੈਂ ਵੀ ਸੁਣਦਾ ਰਿਹਾ ਹਾਂ ਅਤੇ ਅੱਜ ਦੇ ਕਹਿੰਦਾ ਮੈਂ ਅੱਖਾਂ ਨਾਲ ਵੇਖ ਲਿਆ ਹੈ ਅਤੇ ਸੁਣ ਵੀ ਲਿਆ ਹੈ, ਅੱਖਾਂ ਨਾਲ ਦਰਸ਼ਨ ਵੀ ਕਰ ਲਏ ਹੈ ਅਤੇ ਇਹਨਾਂ ਦੇ ਅਮੋਲਕ ਵਚਨ ਵੀ ਮੈਂ ਸੁਣ ਲਏ ਆਪਣੇ ਕੰਨਾਂ ਵਿੱਚ। ਕਲਵਾਨ ਇਹ ਸਤ ਅਵਤਾਰਾ, ਇਹ ਤੇ ਸੱਚਮੁੱਚ ਹੀ ਬੜੇ ਸ਼ਕਤੀਆਂ ਵਾਲੇ ਹੈ, ਸਤ ਚੇਤਨ ਆਨੰਦ ਪਰਮੇਸ਼ਰ ਦਾ ਅਵਤਾਰ ਸਰੂਪ ਹੈ। ਬੂਝ ਲਿਓ ਮੈਂ ਹੋਏ ਨਿਸਤਾਰਾ, ਵਿਚਾਰਦਾ ਹੈ ਕਹਿੰਦਾ ਕਿਉਂ ਨਾ ਮੈਂ ਹੀ ਪੁੱਛ ਲਵਾਂ, ਹਉਮੈ ਦੇ ਰੋਗ ਨੂੰ ਦੂਰ ਕਰਨ ਵਾਸਤੇ ਮੇਰਾ ਨਿਸਤਾਰਾ ਹੋ ਜੂ, ਜੰਮਣ ਮਰਨ ਕੱਟਿਆ ਜਾਊਗਾ। ਅਸ ਵਿਚਾਰ ਕਰ ਵੈਦ ਸਿਆਣਾ, ਜੋ ਵੈਦ ਬੜਾ ਸਿਆਣਾ ਬੜੀ ਅਕਲਮੱਤ ਵਾਲਾ ਹੈ, ਇਸ ਤਰ੍ਹਾਂ ਵਿਚਾਰ ਕਰਕੇ ਬੰਦ ਹੱਥ ਦੋ ਬਚਨ ਬਖਾਨਾ, ਦੋਵੇਂ ਹੱਥ ਜੋੜੇ ਐ, ਨਿਮਰਤਾ ਵਾਲਾ ਹੋਇਆ ਤੇ ਗੁਰੂ ਜੀ ਨੂੰ ਇਵੇਂ ਕਹਿਣ ਲੱਗਾ ਹਰਦਾਸ ਵੈਦ, ਤੁਮਰੇ ਬਚਨ ਸੁਣਨ ਅਬਲਾਖਾ, ਕਹਿਣ ਲੱਗਾ ਗੁਰੂ ਨਾਨਕ ਸਾਹਿਬ ਜੀ ਤੁਸੀਂ ਮਹਾਨ ਹੋ, ਤੁਹਾਡੇ ਬਚਨ ਸੁਣਨ ਦੀ ਮੈਨੂੰ ਇੱਛਾ ਜਾਗੀ ਹੈ। ਵਧੀ ਮੋਹਿ ਮਨ ਜਿਉ ਤਰ ਸ਼ਾਖਾ, ਤੁਹਾਡੇ ਬਚਨ ਸੁਣਨ ਦੀ ਇੱਛਾ ਮੇਰੇ ਮਨ ਵਿੱਚ ਇਵੇਂ ਵਧੀ ਹੈ ਜਿਵੇਂ ਰੁੱਖ ਨੂੰ ਪਾਣੀ ਪਾਈ ਉਹਦੀਆਂ ਦਿਨੋਂ ਦਿਨ ਟਾਹਣੀਆਂ ਵੱਧਦੀਆਂ ਜਾਂਦੀਆਂ ਹੈ ਨਾ। ਮਹਾਰਾਜ ਮੈਨੂੰ ਇਵੇਂ ਇੱਛਾ ਵਧੀ ਤੁਹਾਡੇ ਬਚਨ ਸੁਣਾ। ਕਰਨਾ ਕਰ ਜੋ ਸਭ ਬਿਰਤਾ ਤਾ, ਮਹਾਰਾਜ ਜੀ ਆ ਕਿਰਪਾ ਦਇਆ ਕਰਕੇ ਮਿਹਰ ਕਰਕੇ ਜਿਹੜਾ ਸਾਰਾ ਪ੍ਰਸੰਗ ਹੈ ਕਹੋ ਆਪ ਜੋ ਮੁਝ ਹੋਏ ਸ਼ਾਂਤਾ, ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਹੋ ਜਾਵੇ, ਮੇਰਾ ਰੋਗ ਨਿਵਰਤ ਹੋ ਜਾਵੇ। ਸਤਿਗੁਰ ਜੀ ਉਹ ਸਾਰਾ ਪ੍ਰਸੰਗੀ ਇਲਾਜ ਦਾ ਕਹੋ। ਕਮਲ ਬਦਨ ਕਰਨਾ ਗੁਣ ਮੰਦਰ, ਜਿਨ੍ਹਾਂ ਦਾ ਸਤਿਗੁਰਾਂ ਦਾ ਮੁਖ ਕਮਲ ਦੇ ਫੁੱਲ ਵਰਗਾ ਲਾਲ ਸੁਰਖ ਹੈ, ਗੁਣਾਂ ਦੇ ਮੰਦਰ ਹੈ, ਕਿਰਪਾ ਦੇ ਘਰ ਹੈ, ਗੁਣਾਂ ਦੇ ਘਰ ਹੈ, ਕਿਰਪਾ ਕਰਕੇ ਬੋਲੇ ਬਚਨ ਮ੍ਰਿਦਲ ਬਰ ਸੁੰਦਰ, ਬੜੇ ਕੋਮਲ ਤੇ ਸ੍ਰੇਸ਼ਟ ਸੁੰਦਰ ਹੀ ਬਚਨ ਬੋਲੇ ਮਹਾਰਾਜ ਜੀ। ਤਨ ਹਉਮੈ ਮਮਤਾ ਜੋ ਕਨੇਰੀ, ਮਹਾਰਾਜ ਕਹਿਣ ਲੱਗੇ ਹਰਦਾਸ ਪਹਿਲਾ ਰੋਗ ਦੇ ਵੱਡਾ ਐ ਹੈ। ਮਹਾਰਾਜ ਜੀ ਕਿਹੜਾ ਰੋਗ ਹੈ? ਗੁਰੂ ਜੀ ਕਹਿੰਦੇ ਜਿਹੜੇ ਸਰੀਰ ਦੀ ਹੰਗਤਾ ਨਾ ਕਿ ਮੈਂ ਸਰੀਰ ਹਾਂ, ਮੈਂ ਬੜਾ ਦੁਖੀ ਹਾਂ, ਜਿਹੜੀ ਇਹ ਚੀਜ਼ ਕਹਿਣੀ ਹੈ ਇਹ ਬੜੀ ਮਾੜੀ ਹੈ। ਇੱਕ ਸਰੀਰ ਦੀ ਹੰਗਤਾ, ਫਿਰ ਸਰੀਰ ਨਾਲ ਸੰਬੰਧ ਰੱਖਣ ਵਾਲੀਆਂ ਜਿੰਨੀਆਂ ਚੀਜ਼ਾਂ ਹੈ ਉਹ ਮਮਤਾ। ਸਰੀਰ ਕੀ ਹੈ? ਮੈਂ। ਸਰੀਰ ਨਾਲ ਸੰਬੰਧ ਰੱਖਣ ਵਾਲੀਆਂ ਕੀ ਹੈ? ਮੇਰਾ। ਸਰੀਰ ਨਾਲ ਸੰਬੰਧ ਰੱਖਦਾ ਘਰ ਚੀਜ਼ਾਂ, ਮੇਰਾ ਘਰ ਹੈ, ਮੇਰਾ ਮੋਟਰਸਾਈਕਲ ਹੈ, ਮੇਰਾ ਬੱਚਾ ਹੈ, ਮੇਰੀ ਮਾਂ ਹੈ। ਕਿਉਂ ਮਾਂ ਹੈ? ਸਰੀਰ ਨਾਲ ਸੰਬੰਧ ਹੋਣ ਕਰਕੇ। ਗੁਰੂ ਜੀ ਕਹਿੰਦੇ ਜਿਹੜੀ ਸਰੀਰ ਦੀ ਹੰਗਤਾ ਤੇ ਸਰੀਰ ਨਾਲ ਸੰਬੰਧ ਰੱਖਣ ਵਾਲੀ ਜਿਹੜੀ ਮਮਤਾ ਬੜੀ, ਸਭ ਬਿਆਦਨ ਕੀ ਮੂਲ ਵਡੇਰੀ, ਇਹ ਹਰਦਾਸ ਵੈਦ ਜੀ ਸਾਰੀਆਂ ਬਿਮਾਰੀਆਂ ਦੀ ਵੱਡੀ ਜਿਹੜੀ ਮੂਲ ਹੈ ਨਾ, ਇਹ ਵੱਡੀ ਬਿਮਾਰੀ ਸਰੀਰ ਦੀ ਹੰਗਤਾ ਮੈਂ ਮੇਰੀ। ਆਤਮ ਤਨ ਤੇ ਲਖੀਐ ਨਿਆਰੋ, ਇਸ ਦਾ ਜੇ ਵਿਸਥਾਰ ਕਰਨ ਲੱਗੇ ਸਮਾਂ ਬਹੁਤ ਲੱਗ ਜਾਂਦਾ ਹੈ। ਉਂਝ ਤੇ ਸਾਰੇ ਜਿਹੜੇ ਪਵਾੜੇ ਸਰੀਰ ਤੋਂ ਹੀ ਸ਼ੁਰੂ ਹੋ ਜਾਂਦੇ ਹੈ। ਸਰੀਰ ਤੋਂ ਲੈ ਕੇ ਸਰੀਰ ਨਾਲ ਸੰਬੰਧ ਰੱਖਣ ਵਾਲਾ ਜਿੰਨਾ ਸੰਬੰਧ ਹੈ, ਜਿੰਨੇ ਸਰੀਰ ਨਾਲ ਹੀ ਇਹ ਸੰਬੰਧ ਸਾਰੇ। ਆ ਸਰੀਰ ਕਰਕੇ ਸਾਰੀ ਦੁਨੀਆ ਦੇ ਉੱਤੇ ਖਿਲਾਰੇ ਵੇਖ ਲਓ, ਜਿੰਨੀਆਂ ਬਿਲਡਿੰਗਾਂ, ਜਿੰਨੇ ਕਾਰਾਂ, ਗੱਡੀਆਂ, ਸੁਵਿਧਾਵਾਂ, ਇਹ ਸਰੀਰ ਕਰਕੇ ਹੀ ਹੈ ਸਭ ਕੁਝ। ਜਾਨਵਰਾਂ ਵਾਸਤੇ ਤਾਂ ਕੁਝ ਨਹੀਂ, ਵਿਚਾਰਿਆਂ ਵਾਸਤੇ ਕੋਈ ਗੱਡੀ ਨਹੀਂ ਹੈ, ਕੋਈ ਟ੍ਰੇਨ ਨਹੀਂ, ਕੋਈ ਜਹਾਜ਼ ਨਹੀਂ ਹੈ, ਕੋਈ ਹਸਪਤਾਲ ਨਹੀਂ ਹੈ, ਉਹਦੇ ਵਿਚਾਰੇ ਇਵੇਂ ਹੀ ਹੈ। ਇਸ ਕਰਕੇ ਸਰੀਰ ਨਾਲ ਸੰਬੰਧ ਕਰਕੇ ਸਭ ਕੁਝ ਹੈ। ਮਹਾਰਾਜ ਕਹਿੰਦੇ ਹਰਦਾਸ ਵੈਦ ਜੀ ਜਿਹੜਾ ਆਤਮਾ ਹੈ ਨਾ ਉਹਨੂੰ ਸਰੀਰ ਤੋਂ ਵੱਖਰਾ ਜਾਣ ਲਈਏ, ਸਰੀਰ ਨੂੰ ਵੱਖਰਾ ਜਾਣ ਲਈਏ, ਆਤਮਾ ਨੂੰ ਵੱਖਰਾ ਜਾਣ ਲਈਏ। ਜਿਹੜੀ ਆਤਮਾ ਨਾ ਅੰਤਰ ਆਤਮਾ, ਉਹ ਤਿੰਨਾਂ ਸਰੀਰਾਂ ਸਥੂਲ ਸੂਖਮ ਕਾਰਨ ਸਰੀਰਾਂ ਤੋਂ ਪਰੇ
ਇਵੇਂ ਵੱਖਰੀ ਜਾਣ ਲੈ। ਚੇਤਨ ਜੜ ਨੀਕੇ ਨਿਰਧਾਰੋ। ਆਤਮਾ ਚੇਤਨ ਹੈ, ਇਵੇਂ ਕਰੰਟ ਵਾਂਗ ਹੈ ਜਿਹੜੀ ਪ੍ਰਕਾਸ਼ਕਾਰੀ ਸਰੀਰ ਨੂੰ, ਸਰੀਰ ਜੜ ਹੈ। ਇਹ ਵੱਖਰੇ ਜਾਣ ਲੈ, ਨਿਰਧਾਰ ਲੈ, ਪਛਾਣ ਲੈ ਚੰਗੀ ਤਰ੍ਹਾਂ। ਨਿਰਵਿਕਾਰ ਪੁਨ ਜਾਨ ਅਸੰਗਾ। ਆਤਮਾ ਚੇਤਨ ਹੈ ਤੇ ਸਾਧ ਸੰਗਤ ਜੀ ਸਾਡਾ ਸਰੀਰ ਤਾਂ ਹੀ ਚੱਲ ਰਿਹਾ ਹੈ। ਹੱਥ ਚੁੱਕ ਕੇ ਮੁੱਖ ਨੂੰ ਲਾ ਲੈਂਦੇ ਹਾਂ, ਕਾਹਦੇ ਕਰਕੇ ਲਾਉਂਦੇ ਹਾਂ? ਆਤਮਾ ਦੀ ਚੇਤਨਤਾ ਕਰਕੇ, ਸੱਤਾ ਕਰਕੇ। ਜਦੋਂ ਇਹ ਨਿਕਲ ਜਾਵੇ ਨਾ ਪਰਮੇਸ਼ਰ ਦੀ ਚੇਤਨ ਸੱਤਾ, ਤੇ ਸਰੀਰ ਉਹ ਸ਼ਮਸ਼ਾਨ ਘਾਟ ਮੜੀਆਂ 'ਚ ਪਿਆ ਹੁੰਦਾ। ਕੋਈ ਇਹਨੂੰ ਕਿਰਪਾਨਾਂ ਮਾਰੇ, ਤਲਵਾਰਾਂ ਮਾਰੇ, ਵੱਡੇ ਟੁੱਕੇ, ਉਹਨੂੰ ਕੀ ਦੁੱਖ ਹੈ? ਹੱਥ ਵੀ ਬੱਜਰ, ਲੱਤਾਂ ਪੈਰ ਢਿੱਡ ਵੀ ਬੱਜਰ, ਅੱਖਾਂ ਵੀ ਪੱਥਰ, ਕੱਖ ਨਹੀਂ ਰਹਿ ਜਾਂਦਾ। ਜੜ ਹੈ ਸਰੀਰ, ਨਿਕੰਮਾ ਹੈ ਜਮਾਂ ਹੀ। ਵਾਹਿਗੁਰੂ ਦੀ ਚੇਤਨ ਸੱਤਾ ਕਰਕੇ ਸਰੀਰ ਹਿਲਦਾ ਜੁਲਦਾ ਹੈ। ਮਹਾਰਾਜ ਕਹਿੰਦੇ ਹਰਦਾਸ ਵੈਦ ਜੀ, ਆਤਮਾ ਨੂੰ ਸਰੀਰ ਤੋਂ ਵੱਖਰਾ ਜਾਣ ਲੈ। ਆਤਮਾ ਚੇਤਨ ਹੈ, ਸਰੀਰ ਜੜ ਹੈ। ਭ੍ਰਮ ਭੰਗੋ ਤਬ ਹੈ ਇਹ ਭੰਗਾ। ਇਹ ਆਪਣੇ ਤੂੰ ਇਹ ਭਰਮ ਨੂੰ ਭੰਨ ਲੈ ਤਾਂ ਤੇਰੀ ਦੋ ਪ੍ਰਕਾਰ ਦੀ ਜਿਹੜੀ ਪ੍ਰਤੀਤੀ ਹੈ ਨਾ, ਵੀ ਆਤਮਾ ਨੂੰ ਹੀ ਸਰੀਰ ਮੰਨਿਆ ਹੈ, ਸਰੀਰ ਨੂੰ ਹੀ ਆਤਮਾ ਮੰਨਿਆ, ਇਹ ਤੇਰੀ ਪ੍ਰਤੀਤੀ ਭੰਗ ਨਾਸ ਹੋ ਜਾਵੇਗੀ। ਪਰਗੁਣ ਪਰਦਨ ਪਰਨ ਪ੍ਰਸ਼ੰਸਾ। ਮਹਾਰਾਜ ਹੁਣ ਰੋਗ ਦੱਸ ਰਹੇ ਹੈ। ਗੁਰੂ ਜੀ ਕਹਿੰਦੇ ਸਭ ਤੋਂ ਪਹਿਲਾ ਰੋਗ ਆ ਹੈ ਹਰਦਾਸ ਵੈਦ। ਇੱਕ ਤੇ ਹੈ ਜਿਹੜਾ ਪਰਾਏ ਦੇ ਗੁਣ ਵੇਖਣੇ ਹੈ, ਪਰਾਏ ਦੇ ਗੁਣ ਵੇਖ ਕੇ ਜਿਹੜਾ ਮਰ ਜਾਣਾ ਹੈ। ਫਿਰ ਪਰਾਏ ਦਾ ਧਨ, ਪਰਾਏ ਦੀ ਜਿਹੜੀ ਵਡਿਆਈ ਹੁੰਦੀ ਵੇਖਣੀ। ਜਰਾ ਨਾ ਇਹੋ ਜੁਰ ਲਖੋ ਨੇ ਸੰਸਾਰ। ਹਰਦਾਸ ਵੈਦ ਜੀ ਜਿਹੜਾ ਕਿਸੇ ਦਾ ਪੈਸਾ ਵੇਖ ਕੇ, ਕਿਸੇ ਵਿੱਚ ਗੁਣ ਵੇਖ ਕੇ, ਕਿਸੇ ਦੀ ਵਡਿਆਈ ਵੇਖ ਕੇ ਜਿਹੜਾ ਜਰਨਾ ਨਹੀਂ ਨਾ ਮੱਚ ਜਾਣਾ, ਸੜ ਜਾਣਾ ਹੈ, ਇਹ ਤੂੰ ਸੰਸੇ ਤੋਂ ਰਹਿ ਦੀ ਰੋਗ ਜਾਣ ਲੈ ਵੱਡਾ। 105, 6, 7 ਦਾ ਬੁਖਾਰ ਹੀ ਜਾਣ ਲੈ। ਸਭ ਜੀਵਨ ਸੋ ਮੈਤਰੀ ਕਰਨੀ। ਇਵੇਂ ਸਤਿਗੁਰੂ ਜੀ ਤੇ ਨਹੀਂ ਕਹਿੰਦੇ ਵੀ 106, 7 ਦਾ ਬੁਖਾਰ ਜਾਣ ਲੈ। ਇਹ ਤੇ ਸਾਡੀ ਆਪਣੀ ਬੋਲੀ ਵਿੱਚ ਹੈ ਕਿ ਜਿਹੜਾ ਕਿਸੇ ਦੀ ਵਡਿਆਈ ਵੇਖ ਕੇ, ਕਿਸੇ ਦੇ ਗੁਣ ਵੇਖ ਕੇ, ਕਿਸੇ ਦੇ ਪੈਸੇ ਵੇਖ ਕੇ ਕਿਸੇ ਵੇਲੇ ਅਸੀਂ ਮਰੀ ਮੁਰੀ ਜਾਂਦੇ ਘਰ ਬੈਠੇ ਹੀ। ਤੇ ਮਹਾਰਾਜ ਕਹਿੰਦੇ ਆ ਵੀ ਇਹ ਜਿਹੜਾ ਵੱਡਾ ਰੋਗ ਜਾਣ ਲੈ। ਤੇ 106, 7 ਦਾ ਬੁਖਾਰ ਹੋ ਜਿਹਦੇ ਬੜਾ ਤੇਜ਼ ਬੁਖਾਰ ਹੁੰਦਾ ਹੈ, ਉਹ ਤਾਂ ਹੀ ਕਿਹਾ ਵੀ 108, 7 ਦਾ ਬੁਖਾਰ ਹੀ ਜਾਣ ਲਓ। ਇਹੋ ਜਿਹਾ ਰੋਗ ਜਿਹੜਾ ਹੈ ਤੇ ਕੋ ਇਹ ਔਖਦ ਬਰ ਹਰਨੀ। ਸਤਿਗੁਰੂ ਜੀ ਕਹਿੰਦੇ ਜਿਹੜੀ ਸਾਰਿਆਂ ਜੀਵਾਂ ਨਾਲ ਮਿੱਤਰਤਾ ਕਰਨੀ ਹੈ। ਤੇ ਕੋ ਇਹ ਔਖਦ ਬਰ ਹਰਨੀ। ਉਸ ਰੋਗ ਨੂੰ ਨਾਸ ਕਰਨ ਵਾਸਤੇ ਇਹ ਬੜੀ ਚੰਗੀ ਦਵਾਈ ਹੈ, ਸ੍ਰੇਸ਼ਟ, ਵੀ ਜਿਹੜਾ ਸਾਰਿਆਂ ਨੂੰ ਆਪਣਾ ਮਿੱਤਰ ਹੀ ਸਮਝਣਾ। ਜੇ ਮਿੱਤਰ ਸਮਝਾਂਗੇ ਫਿਰ ਕੋਈ ਦੁੱਖ ਨਹੀਂ ਹੋਊ ਕਿਸੇ ਦਾ ਪੈਸਾ ਵੇਖ ਕੇ, ਕਿਸੇ ਦੀ ਵਡਿਆਈ ਵੇਖ ਕੇ ਤੇ ਗੁਣ ਵੇਖ ਕੇ। ਜਿਉ ਮਿੱਤਰਣ ਸੁਖ ਲਖ ਕਰ ਸੁਖੀਆ। ਵੈਦ ਸਾਹਿਬ ਜੀ ਜਿਸ ਤਰ੍ਹਾਂ ਆਪਣੇ ਮਿੱਤਰ ਨੂੰ ਸੁਖੀ ਜਾਣ ਕੇ ਤੇ ਸੁਖੀ ਹੋਈਦਾ ਵੀ ਮੇਰਾ ਸੱਜਣ ਬੜਾ ਸੁਖੀ ਹੈ। ਤੈਸੀ ਬ੍ਰਿਤ ਸਭਨ ਸੋ ਰਖੀਆ। ਇਹੋ ਹੀ ਬਿਰਤੀ ਸਾਰਿਆਂ ਵਿੱਚ ਰੱਖੀਏ, ਨਾ ਕੋ ਬੈਰੀ ਨਹੀਂ ਬੇਗਾਨਾ, ਨਾ ਕੋ ਬੈਰੀ ਨਹੀਂ ਬੇਗਾਨਾ। ਇਹੋ ਜਿਹੀ ਬਿਰਤੀ ਜੇ ਬਣਾ ਲਈਏ। ਨਿਜ ਗੁਣ ਤਨ ਨਿਜ ਜਸ ਬਸਤੀਰਨ। ਜੇ ਸਾਰਿਆਂ ਨੂੰ ਆਪਾਂ ਐਵੇਂ ਮਿੱਤਰ ਜਾਣ ਲਈਏ ਨਾ ਹਰਦਾਸ ਵੈਦ ਜੀ, ਫਿਰ ਇਹ ਰੋਗ ਦੂਰ ਹੋ ਜਾਂਦਾ। ਜਿਹੜਾ ਵੱਡਾ ਰੋਗ ਬੁਖਾਰ ਹੈ ਇਹ ਨਾਸ ਹੋ ਜਾਂਦਾ ਹੈ। ਫਿਰ ਹੁਣ ਮਹਾਰਾਜ ਕਹਿੰਦੇ ਦੂਸਰਾ ਰੋਗ ਸੁਣੋ ਹਰਦਾਸ ਵੈਦ ਜੀ, ਜਿਹੜਾ ਆਪਣੇ ਗੁਣ ਵੇਖਣੇ ਹੈ ਵੀ ਮੈਂ ਬੜਾ ਗੁਣ ਵਾਲਾ, ਬੜਾ ਸਿਆਣਾ, ਮੇਰੇ ਕੋਲ ਬੜਾ ਧਨ, ਬੜਾ ਪੈਸਾ, ਸਾਡੇ ਕੋਲ ਤਾਂ ਮੁੱਕਦਾ ਹੀ ਨਹੀਂ ਹੈ। ਫਿਰ ਜਿਹੜਾ ਆਪਣਾ ਵਡਿਆਈ ਦਾ ਫੈਲਾਓ ਕਰਨਾ, ਦੇਣਾ ਥੋੜ੍ਹਾ ਤੇ ਲੋਕਾਂ ਵਿੱਚ ਰੌਲਾ ਜ਼ਿਆਦਾ ਹੀ ਪਾ ਲੈਣਾ। ਕਰਤ ਮਾਨ ਇਹ ਹੈ ਵੱਡ ਜੀਰਨ। ਜਿਹੜਾ ਇਹ ਮਾਣ ਜਿਹਾ ਕਰ ਲੈਣਾ ਨਾ ਆਪਣੇ ਗੁਣਾਂ ਦਾ, ਆਪਣੀ ਵਡਿਆਈ ਦਾ ਫੈਲਾਓ ਕਰਨਾ, ਆਪਣੇ ਪੈਸੇ ਦਾ ਮਾਣ ਕਰਨਾ, ਸਾਨੂੰ ਘਾਟਾ ਕੋਈ, ਅਸੀਂ ਕਿਹੋ ਕੀ ਲੈਣਾ ਹੈ, ਜਿਹੜੀਆਂ ਇਹੋ ਜਿਹੀਆਂ ਗੱਲਾਂ ਜੀਆਂ ਕਰਨੀਆਂ ਨਾ, ਇਹ ਹਰਦਾਸ ਵੈਦ ਮਾਣ ਕਰਨਾ, ਹੰਕਾਰ ਕਰਨਾ, ਇਹ ਵੱਡਾ ਹੀ ਰੋਗ ਜਾਣ ਲੈ। ਇਹ ਅਜੀਰਨ ਦਾ ਰੋਗ ਜਾਣ ਲੈ, ਅਣਪਾਚਾ ਰੋਗ।
ਜਿਵੇਂ ਖਾਈ ਜਾਣਾ ਕੁਝ ਵੀ ਤੂੰ ਪਚਣਾ ਨਾ, ਮੁੜ ਕੇ ਉਛਾਲੀਆਂ ਕਰ ਕਰ ਕੱਢੀ ਜਾਣਾ, ਇਹ ਰੋਗ ਸਮਝ ਲਾ ਤੂੰ। ਇਹ ਵੱਡਾ ਰੋਗ ਜਾਣ ਲੈ, ਬਹੁਤ ਪੁਰਾਣਾ ਰੋਗ ਹੈ, ਨਾ ਮਿਟਣ ਵਾਲਾ। ਲੱਖ ਕਰ ਸਭ ਹਰ ਕੀ ਵਡਿਆਈ। ਇਵੇਂ ਹਰੀ ਪਰਮੇਸ਼ਰ ਦੀ ਜਿਹੜੀ ਵਡਿਆਈ ਜਾਣ ਕਰਕੇ ਨਾ ਸਾਰਾ ਕੁਝ ਵੀ ਜੇ ਮਹਾਰਾਜ ਕੁਝ ਧਨ ਹੈ ਤੁਹਾਡੀ ਮਿਹਰ ਨਾਲ ਮਿਲਿਆ ਹੈ, ਜੇ ਵਡਿਆਈ ਹੈ ਤੁਹਾਡੀ ਕਿਰਪਾ ਨਾ ਹੈ, ਜੇ ਮੇਰੇ 'ਚ ਕੋਈ ਗੁਣ ਹੈ ਸੱਚੇ ਪਾਤਸ਼ਾਹ ਤੁਹਾਡੇ ਦਿੱਤੇ ਹੋਏ 'ਚ ਸਾਡਾ ਕੀ ਹੈ ਮਾਤੜਾਂ ਦਾ। ਜਿਹੜਾ ਇਹੋ ਜਿਹਾ ਆਪਣੇ ਹਿਰਦੇ ਵਿੱਚ ਜਾਣਨਾ ਕਿ ਪਰਮੇਸ਼ਰ ਦੀ ਸਾਰੀ ਇਹ ਵਡਿਆਈ ਦਿੱਤੀ ਹੋਈ ਹੈ। ਹਿਰਦੇ ਗਰੀਬੀ ਚੂਰਨ ਖਾਈ। ਹਰੀ ਦੀ ਵਡਿਆਈ ਜਾਣ ਕੇ ਫਿਰ ਹਿਰਦੇ ਵਿੱਚ ਗਰੀਬੀ ਰੱਖਣੀ, ਨਿਮਰਤਾ ਰੱਖਣੀ, ਨੀਵੇਂ ਹੋ ਕੇ ਰਹਿਣਾ, ਹਰਦਾਸ ਵੈਦ ਦੇ ਚੂਰਨ ਖਾਣਾ ਹੈ। ਹਰ ਸਿਮਰਨ ਰੁਚ ਸੋ ਲਿਵ ਲਾਗੀ। ਹਰੀ ਦੇ ਸਿਮਰਨ ਵਿੱਚ ਜਦੋਂ ਰੁਚੀ ਪ੍ਰੇਮ ਤੇ ਲਿਵ ਲੱਗ ਜਾਂਦੀ ਹੈ। ਲਖ ਹੈ ਅਰਜ ਇਹ ਭੂਖ ਸੋ ਜਾਗੀ। ਅਰਜ ਲਖ ਹੈ ਅਰਜ, ਇਹ ਜਿਹੜੀ ਭੁੱਖ ਲੱਗ ਜਾਣੀ ਨਾ ਕਿ ਹਰੀ ਸਿਮਰਨ ਦੇ ਪਰਮੇਸ਼ਰ ਦੇ ਨਾਮ ਵਿੱਚ ਪ੍ਰੇਮ ਲੱਗਣ ਲੱਗ ਪੈਣਾ, ਕਿ ਆਨੰਦ ਆਉਣ ਲੱਗ ਪੈਣਾ, ਇਹ ਜਾਣ ਲਾ ਆਪਣੇ ਆਪ ਨੂੰ ਕਿ ਮੈਂ ਰੋਗ ਤੋਂ ਰਹਿਤ ਹੋ ਗਿਆ। ਉਹ ਜਿਹੜਾ ਅਜੀਰਨ ਦਾ ਰੋਗ ਨਾ, ਅਣਪਚਾ ਰੋਗ, ਬਹੁਤ ਵੱਡਾ ਰੋਗ, ਮਾੜਾ ਸਮਝ ਲਿਆ ਵੀ ਉਹ ਰੋਗ ਮੇਰਾ ਦੂਰ ਹੋ ਗਿਆ ਹੈ। ਵਿਸ਼ੈ ਬਾਸ਼ਨਾ ਤ੍ਰਿਸ਼ਨਾ ਖਾਂਸੀ। ਮਹਾਰਾਜ ਹੋਰ ਦੱਸ ਰਹੇ ਵੀ ਤੀਸਰਾ ਰੋਗ ਵੀ ਸੁਣ ਲੈ ਹਰਦਾਸ ਵੈਦ। ਇੱਕ ਤੇ ਸਾਨੂੰ ਬਾਹਰੀ ਰੋਗ ਲੱਗਦੇ ਨਾ, ਜਿਹੜਾ ਅਸੀਂ ਆ ਰੋਜ਼ ਹੀ ਖੰਘਦੇ ਖੁੰਘਦੇ ਜਾ ਰਹਿੰਦੇ ਹਾਂ। ਗੁਰੂ ਜੀ ਕਿਹੜੇ ਦੱਸ ਰਹੇ ਖੰਘ? ਮਹਾਰਾਜ ਕਹਿੰਦੇ ਹਰਦਾਸ ਵੈਦ ਜਿਹੜੀ ਵਿਸ਼ੇ ਵਾਸ਼ਨਾ, ਮਨ ਦੀਆਂ ਵਾਸ਼ਨਾ ਮੁੱਕਦੀਆਂ ਹੀ ਨਹੀਂ, ਭੱਜਾ ਹੀ ਫਿਰਦਾ ਮਨ। ਵਿਸ਼ੇ ਵਾਸ਼ਨਾ ਰੂਪੀ ਖਾਂਸੀ ਤੇ ਤ੍ਰਿਸ਼ਨਾ ਰੂਪੀ ਖਾਂਸੀ। ਦਿਨ ਪ੍ਰਤ ਬਰਦਦ ਕਬ ਨਾ ਬਿਨਾਸ਼ੀ। ਇਹ ਦਿਨ ਪ੍ਰਤ ਰੋਜ਼ ਰੋਜ਼ ਵੱਧਦੀ ਜਾਂਦੀ ਹੈ, ਇਹ ਜਿਹੜੀ ਨਾਸ ਹੁੰਦੀ। ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੁੱਜੀ ਹੈ। ਮਿਥਿਆ ਸਭ ਹੈ ਪਦਾਰਥ ਜਾਨੀ। ਇਹਦੀ ਦਵਾਈ ਕੀ ਹੈ? ਜਿਹੜੀ ਵਿਸ਼ੇ ਵਾਸ਼ਨਾ ਦੀ ਖਾਂਸੀ ਨੂੰ ਢਾਉਣ ਵਾਲੀ, ਤ੍ਰਿਸ਼ਨਾ ਦੀ ਖਾਂਸੀ ਨੂੰ ਢਾਉਣ ਵਾਲੀ, ਜਿਹੜਾ ਸਾਰੇ ਸੰਸਾਰ ਦੇ ਪਦਾਰਥਾਂ ਨੂੰ ਮਿਥਿਆ ਜਾਣ ਲੈਣਾ ਨਾ, ਝੂਠੇ ਨਾਸਵੰਤ ਜਾਣ ਲੈਣਾ ਵੀ ਇਹ ਨਾਸ ਹੋ ਜਾਣ ਵਾਲੇ, ਮੇਰੇ ਕੰਮ ਨਹੀਂ ਆਉਣ ਵਾਲੇ। ਇਹ ਚਟਨੀ ਤਿਹ ਕਰਹੀ ਹਾਨੀ। ਇਹ ਉਸ ਰੋਗ ਨੂੰ, ਤ੍ਰਿਸ਼ਨਾ ਦੀ ਖੰਘ ਨੂੰ, ਵਿਸ਼ੇ ਵਾਸ਼ਨਾ ਦੀ ਖੰਘ ਨੂੰ ਨਾਸ ਕਰਨ ਵਾਸਤੇ ਜਿਹੜਾ ਸਾਰੇ ਪਦਾਰਥਾਂ ਨੂੰ ਮਿਥਿਆ ਝੂਠੇ ਨਾਸਵੰਤ ਜਾਣਨਾ ਨਾ ਵੀ ਇਹ ਨਾਸ ਹੋ ਜਾਣ ਵਾਲੇ ਹੈ। ਹਰਦਾਸ ਵੈਦ ਦੇ ਚਟਣੀ ਸਮਾਨ ਹੈ ਦਵਾਈ, ਇਹ ਚਟਣ ਵਾਲੀ ਦਵਾਈ ਹੈ। ਜਿਵੇਂ ਚਮਣ ਪਰਾਸ਼ ਹੁੰਦਾ ਹੈ, ਪਰਾਸ਼ ਦਾ ਅਰਥ ਹੈ ਚਟਣੀ, ਅਤੇ ਚਮਣ ਦਾ ਅਰਥ ਜੋ 54 ਚੀਜ਼ਾਂ ਤੋਂ ਬਣਦੀ ਹੈ ਉਹਨੂੰ ਕਹਿੰਦਾ ਚਮਣ ਪਰਾਸ਼। ਅਤੇ ਉਹ ਕਈ ਜਿਹੜੇ ਆ ਇਵੇਂ ਚੀਜ਼ਾਂ ਨੂੰ ਕੁੱਟ ਕੇ ਚੰਗੀ ਤਰ੍ਹਾਂ ਚਟਣੀ ਵਾਂਗ ਬਣਾ ਲੈਂਦੇ ਆ ਚਮਣ ਪਰਾਸ਼। ਕਈ ਉਹਨੂੰ ਸਖਤ ਜਿਹਾ ਕਰਕੇ ਗੋਲੀਆਂ ਬਣਾ ਲੈਂਦੇ ਆ, ਕਈ ਉਹਨਾਂ ਚੀਜ਼ਾਂ ਦਾ ਅਰਕ ਜਿਹਾ ਕੱਢ ਕੇ ਪੀਣ ਵਾਲੀ ਦਵਾਈ ਬਣਾ ਲੈਂਦੇ ਆ। ਇਵੇਂ ਹਰਦਾਸ ਵੈਦ ਜੀ ਉਹ ਤ੍ਰਿਸ਼ਨਾ ਰੂਪੀ ਖੰਘ ਨੂੰ, ਜਿਹੜੀ ਵੱਧਦੀ ਜਾਂਦੀ, ਲੱਗੀ ਖੰਘ ਨਹੀਂ ਨਾ ਹਟਦੀ, ਖੰਘ ਵੱਧਦੀ ਜਾਂਦੀ, ਜ਼ੋਰ ਪਾਉਂਦੀ ਬੜਾ, ਇਵੇਂ ਤ੍ਰਿਸ਼ਨਾ ਵੀ ਬੰਦੇ ਨੂੰ ਲੱਗੀ ਰਹਿੰਦੀ, ਹੋਰ ਆ ਜੇ, ਹੋਰ ਆ ਜੇ, ਨਹੀਂ ਸਰਦਾ, ਹੋਰ ਆ ਜੇ। ਇਹ ਤ੍ਰਿਸ਼ਨਾ ਦੀ ਨਾਸ ਕਰਨ ਵਾਸਤੇ ਸਾਰੇ ਪਦਾਰਥਾਂ ਨੂੰ ਜਾਣਨਾ ਮਿਥਿਆ, ਇਹ ਦਵਾਈ ਹੈ, ਚਟਣ ਵਾਲੀ ਚਟਣੀ ਹੈ। ਕਾਮ ਕ੍ਰੋਧ ਅਰ ਮੋਹ ਤ੍ਰੇ ਦੁਖ। ਜਿਹੜਾ ਫਿਰ ਕਾਮ ਵੱਧ ਜਾਣਾ ਹੈ, ਕਾਮ ਦੀ ਵਾਸ਼ਨਾ ਪ੍ਰਬਲ ਹੋ ਜਾਣੀ, ਕ੍ਰੋਧ ਵੱਧ ਜਾਣਾ ਹੈ, ਇਸੇ ਤਰ੍ਹਾਂ ਮੋਹ ਬੜਾ ਵੱਧ ਜਾਣਾ। ਇਹ ਤ੍ਰਿਦੇਖੂ ਰੋਗ ਹੈ। ਤ੍ਰਿਦੇਖੂ ਰੋਗ ਇਹਨੂੰ ਕਹਿੰਦੇ ਸੰਪਾਤ। ਸੰਪਾਤ ਕਿ 13 ਤਰ੍ਹਾਂ ਦਾ ਹੈ। ਇਹ ਜਿਹੜੇ ਰੋਗ ਇਕੱਠੇ ਤਿੰਨੇ ਹੋ ਜਾਣੇ, ਪਿੱਤ, ਵਾਈ ਅਤੇ ਬਲਗਮ, ਤਿੰਨੇ ਰੋਗ ਜਦੋਂ ਸਰੀਰ 'ਚ ਇਕੱਠੇ ਹੋ ਜਾਣ ਨਾ, ਇਹਨੂੰ ਕਹਿੰਦੇ ਤ੍ਰਿਦੇਖੂ ਸੰਪਾਤ ਰੋਗ। ਇਹ ਸਰੀਰ ਵਿੱਚ ਸਾਰੇ ਆਪਣੇ ਹੁੰਦੇ ਹੀ ਹੈ, ਗਰਮੀ ਵੀ ਸਾਡੇ ਅੰਦਰ ਹੈ, ਬਲਗਮ ਵੀ ਹੈ, ਵਾਈ ਵੀ ਹੈ, ਪਰ ਜਦੋਂ ਇਹ ਆਪਣੇ ਸਥਾਨ ਨੂੰ ਛੱਡ ਕੇ ਸਰੀਰ ਵਿੱਚ ਫੈਲ ਜਾਂਦੇ ਹੈ, ਬਲਗਮ ਆਪਣਾ ਸਥਾਨ ਛੱਡ ਕੇ ਅਤੇ ਸਾਰੇ ਸਰੀਰ 'ਚ ਫੈਲ ਜਾਂਦੀ ਜਦੋਂ, ਫਿਰ ਉਹ ਬੜਾ ਬੁਰਾ ਹਾਲ ਕਰਦੀ ਹੈ।
ਜਿੱਥੇ 3 ਰੋਗ ਹੀ ਵੱਧ ਜਾਣ, ਪਿੱਤ ਕਫ ਬਲਗਮ, ਉਹਨੂੰ ਫਿਰ ਕੋਈ ਸਿਆਣਾ ਵੈਦ ਹੀ ਜਿਹੜਾ ਢਾ ਸਕਦਾ ਹੈ। ਕਿਉਂਕਿ ਜੇ ਉਹ ਕਫ ਨੂੰ ਢਾਉਣ ਲਈ ਗਰਮ ਦਵਾਈ ਦਿੰਦਾ ਹੈ ਵੀ ਬਲਗਮ ਹਟ ਜੇ, ਅਤੇ ਫਿਰ ਉੱਧਰੋਂ ਜਿਹੜੀ ਪਿੱਤ ਦਾ ਰੋਗ ਹੈ ਉਹ ਵੱਧਦਾ ਜਾਂਦਾ ਹੈ, ਉਹ ਬੜਾ ਦੁਖਦਾਈ ਦਿੰਦਾ ਹੈ। ਗਰਮ ਦਵਾਈ ਨਾਲ ਗਰਮੀ ਵੱਧ ਜਾਂਦੀ ਅੰਦਰ। ਜੇ ਉਹ ਗਰਮ ਪਿੱਤ ਨੂੰ ਢਾਉਣ ਵਾਸਤੇ ਠੰਡੀ ਉਹ ਦਵਾਈ ਦਿੰਦਾ ਹੈ ਵੈਦ, ਵੀ ਪਿੱਤ ਗਰਮੀ ਹਟ ਜੇ, ਫਿਰ ਵਾਈ ਵੱਧਦੀ ਜਾਂਦੀ ਹੈ। ਇਹ ਫਿਰ ਸਿਆਣਾ ਰੋਗ ਜਿਹੜਾ ਵੈਦ ਹੈ ਉਹ ਰਸਾਇਣ ਮਾਰ ਕੇ ਜੜੀ ਬੂਟੀਆਂ ਵਿੱਚ ਉਹਦਾ ਮਿਲਾ ਕੇ, ਉਹਦਾ ਕੱਢ ਕੇ ਤਸੀਰ ਜਿਹਾ, ਅਤੇ ਉਹਦੀ ਰਸਾਇਣ ਮਾਰ ਕੇ ਫਿਰ ਦਵਾਈ ਤਿਆਰ ਕਰਦਾ ਹੈ, ਜਿਹਦੇ ਨਾਲ ਇਹ ਰੋਗ ਫਿਰ ਦੂਰ ਹੁੰਦੇ ਆ। ਮਹਾਰਾਜ ਕਹਿੰਦੇ ਜਿਹੜਾ ਕਾਮ, ਕ੍ਰੋਧ, ਮੋਹ, ਇਹ ਤਿੰਨੇ ਜਿਹੜੇ ਆ ਵੱਧ ਜਾਣੇ ਸਰੀਰ ਵਿੱਚ, ਤਰ ਦੇਖੋ ਸੰਪਾਤ ਰੋਗ ਹੈ ਵੈਦ। ਜਿਨ ਸਭ ਜੀਵਨ ਕੀ ਸੁਧ ਸੁਖ, ਜਿਸ ਕਾਮ, ਕ੍ਰੋਧ, ਮੋਹ ਨੇ ਸਾਰੇ ਜੀਵਾਂ ਦੀ ਆ ਖਬਰੀ ਸੁਕਾ ਦਿੱਤੀ, ਭੁਲਾ ਦਿੱਤੀ, ਮੱਤ ਮਾਰਤੀ ਲੋਕਾਂ ਦੀ। ਸਤਿਗੁਰ ਬਚਨ ਤੰਬੇ ਸੁਰ ਪੂਰੀ, ਤੰਬੇਸਰ ਪੂਰੀ। ਜਿਹੜੇ ਸਤਿਗੁਰ ਦੇ ਬਚਨ ਹੈ ਇਹ ਮਾਰੇ ਹੋਏ ਤਾਂਬੇ ਦੀ ਜਿਹੜੀ ਪੁੜੀ ਹੈ ਨਾ, ਰਸਾਇਣ, ਇਹ ਸਤਿਗੁਰ ਦੇ ਬਚਨ ਜਿਹੜੇ, ਜਿਵੇਂ ਰੋਗਾਂ ਨੂੰ ਦੂਰ ਕਰਨ ਵਾਸਤੇ ਉਹ ਤਾਂਬੇ ਨੂੰ ਮਾਰਿਆ ਜਾਂਦਾ ਹੈ, ਉਹਦੀ ਭਸਮ ਜਿਹੜੀ ਹੈ ਨਾ ਜੜੀ ਬੂਟੀਆਂ ਵਿੱਚ ਮਿਲਾ ਕੇ ਅਤੇ ਉਹਦਾ ਤਸੀਰ ਕੱਢ ਕੇ, ਅਰਕ ਕੱਢ ਕੇ, ਅਤੇ ਉਹ ਦਿੱਤਾ ਜਾਂਦਾ ਹੈ, ਅਤੇ ਉਹ ਰੋਗ ਦੂਰ ਕਰਦਾ ਹੈ। ਜਿਹੜੀ ਵਾਈ ਹੋ ਜਾਏ ਨਾ ਵਾਦੀ ਜੀ 84 ਤਰ੍ਹਾਂ ਦੀ, ਉਹ 84 ਤਰ੍ਹਾਂ ਦੀ ਵਾਦੀ ਨੂੰ ਫਿਰ ਇਹ ਜਿਹੜਾ ਤਾਂਬਾ ਭਸਮ ਕੀਤਾ ਹੋਇਆ ਅਤੇ ਜਿਹੜੀ ਬੂਟੀਆਂ 'ਚ ਮਿਲਾ ਕੇ ਦੇ ਦਈਏ ਤਾਂ 84 ਪ੍ਰਕਾਰ ਦੀ ਜਿਹੜੀ ਵਾਦੀ ਨੂੰ ਢਾਹ ਦਿੰਦਾ ਹੈ। ਮਹਾਰਾਜ ਕਹਿੰਦੇ ਜਿਹੜੇ ਸਤਿਗੁਰ ਜੀ ਦੇ ਬਚਨ ਹੈ ਇਹ ਮਾਰੇ ਹੋਏ ਤਾਂਬੇ ਦੀ ਪੁੜੀ ਖਾਣੀ ਹੈ ਵੈਦ। ਨਿਤ ਸੇਵਹਿ ਤਿਹ ਸੋ ਹੋਏ ਦੂਰੀ, ਜਿਹੜਾ ਨਿਤ ਹੀ ਸਤਿਗੁਰ ਦੇ ਬਚਨ ਸੇਵਦਾ ਹੈ, ਸਰਵਣ ਕਰਕੇ ਧਾਰਦਾ ਹੈ, ਉਹਦਾ ਇਹ ਰੋਗ ਦੂਰ ਹੋ ਜਾਂਦਾ ਹੈ। ਤਿਰਦੁਖੂ ਰੋਗ, ਕਾਮ, ਕ੍ਰੋਧ, ਮੋਹ ਦਾ, ਸੰਪਾਤ ਦਾ ਰੋਗ, ਬਮਨ ਰੋਗ ਕਰਹੀ ਪਰ ਨਿੰਦਾ। ਮਹਾਰਾਜ ਕਹਿੰਦੇ ਜਿਹੜੇ ਪਰਾਇਆਂ ਦੀ ਨਿੰਦਾ ਕਰੀ ਜਾਣੀ ਨਾ, ਭੰਡੀ ਜਾਣਾ, ਚੁਗਲੀਆਂ ਕਰੀ ਜਾਣੀਆਂ ਔਖੇ ਹੋ ਕੇ, ਇਹ ਬਮਨ ਦਾ ਰੋਗ ਹੈ ਵੈਦ। ਬਮਨ ਰੋਗ ਕਿਹਨੂੰ ਕਹਿੰਦੇ? ਜਿਹੜੀਆਂ ਉਛਾਲੀਆਂ ਲੱਗ ਜਾਣੀਆਂ, ਜਦੋਂ ਵੀ ਕੁਝ ਖਾਣਾ ਪੀਣਾ ਨਾ, ਜਦੋਂ ਖਾਣਾ ਤੇ ਉਹ ਉਲਟੇ ਦਸਤ ਲੱਗ ਜਾਣਿਆ, ਮੂੰਹ ਥਾਣੀ ਬਾਹਰ ਆ ਜਾਣਾ, ਉਹਨੂੰ ਕਹਿੰਦੇ ਬਮਨ ਰੋਗ। ਉਛਾਲੀਆਂ ਕਰਨੀਆਂ, ਉਕਾਰੀਆਂ ਕਰਨੀਆਂ, ਜਿਹੜੀ ਪਰਾਏ ਦੀ ਨਿੰਦਾ ਕਰਨੀ, ਸਤਿਗੁਰੂ ਜੀ ਕਹਿੰਦੇ ਇਹ ਬਮਨ ਰੋਗ ਦਾ ਲੱਗ ਜਾਣਾ ਹੈ ਵੈਦ। ਹਟ ਹੈ ਲਖ ਹੈ ਸਭ ਤੇ ਨਿਜ ਮੰਦਾ, ਜਿਹੜਾ ਪੁਰਸ਼ ਗਿਆਨੀ ਸਭ ਤੇ ਆਪਣੇ ਆਪ ਨੂੰ ਮੰਦਾ ਜਾਣਦਾ, ਉਹਦਾ ਇਹ ਰੋਗ ਹਟ ਜਾਂਦਾ ਹੈ। ਪਰਾਈ ਨਿੰਦਾ ਕਰਨ ਬਮਨ ਰੂਪ ਹਟ ਜਾਂਦਾ ਉਹਦਾ ਰੋਗ। ਜਿਹੜਾ ਕਹਿੰਦਾ ਹਮ ਨੇ ਚੰਗੇ ਬੁਰਾ ਨਹੀਂ ਕੋਏ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਮਹਾਰਾਜ ਮੈਂ ਨਹੀਂ ਚੰਗਾ ਬਾਕੀ ਸਾਰੇ ਚੰਗੇ ਆ, ਜਿਹੜਾ ਆਪਣੇ ਆਪ ਨੂੰ ਦਿਲੋਂ ਕਹਿੰਦਾ ਨਾ ਇੱਦਾਂ, ਉਹਦਾ ਇਹ ਉਛਾਲੀਆਂ ਦਾ ਰੋਗ ਨਿੰਦਾ ਰੂਪੀ ਹਟ ਜਾਂਦਾ ਹੈ। ਅਸ ਬਿਦ ਕੇ ਰੁਜ ਸੋ ਮਨ ਪੂਰਨ, ਵੈਦ ਹਰਦਿਆਸ ਇਸ ਤਰ੍ਹਾਂ ਦੇ ਕਈ ਰੋਗਾਂ ਨਾਲ ਮਨ ਦੇ ਭਰਿਆ ਪਿਆ ਹੈ ਪੂਰਨ। ਮਿਟ ਹੈ ਸੇਵ ਗੁਰ ਪਦ ਰਜ ਚੂਰਨ, ਗੁਰੂ ਦੀ ਜਿਹੜੀ ਸੇਵਾ ਕਰਨੀ ਹੈ ਉਹਦੇ ਨਾਲ ਇਹ ਰੋਗ ਮਿਟ ਜਾਂਦੇ ਆ ਸਾਰੇ। ਫਿਰ ਗੁਰੂ ਦੇ ਚਰਨਾਂ ਦੀ ਜਿਹੜੀ ਧੂੜ ਬਣ ਕੇ ਰਹਿਣਾ ਨਾ, ਗਰੀਬੀ ਧਾਰਨ ਕਰਕੇ ਰੱਖਣੀ ਹੈ, ਇਹਦੇ ਨਾਲ ਇਹ ਰੋਗ ਮਿਟ ਜਾਂਦੇ ਅੰਦਰਲੇ। ਕਮਲ ਬਦਨ ਤੇ ਬਚਨ ਸੁਨੇ ਜਬ, ਕਮਲ ਵਰਗੇ ਮੁਖ ਤੋਂ ਹਰਦਾਸ ਵੈਦ ਨੇ ਜਦੋਂ ਬਚਨ ਸੁਣੇ ਐ, ਵੈਦ ਵਿਚਛਨ ਨਮਰ ਭਇਓ ਤਬ, ਜੋ ਵੈਦ ਬੜਾ ਸਿਆਣਾ ਹੈ, ਨਿਮਰਤਾ ਵਾਲਾ, ਗਰੀਬੀ ਵਾਲਾ ਹੋ ਗਿਆ, ਢਹਿ ਪਿਆ ਗੁਰਾਂ ਅੱਗੇ। ਨਿਜ ਮਨ ਕੋ ਮਨਸਬ ਹੋਏ ਤਬ ਹੀ, ਆਪਣੇ ਮਨ ਨੇ ਮੁਨਸਬ ਕੀਤਾ, ਮਨਾਸਬ ਕੀਤਾ ਹੈ ਕਿ ਮਨਾ ਇਹ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਤੇ ਬਿਲਕੁਲ 16 ਨੇ ਸੱਚ ਠੀਕ ਹੀ ਕਹਿ ਰਹੇ ਹੈ। ਨਿਆਂ ਵਾਲਾ ਕੀਤਾ ਮਨ ਨੂੰ, ਕਹੇ ਜੇ ਰੁਜ ਲਖ ਲੀਨੇ ਸਭ ਹੀ, ਕਹਿਣ ਲੱਗਾ ਵੀ ਸਤਿਗੁਰ ਜੀ ਨੇ ਜਿੰਨੇ ਆ ਰੋਗ ਕਹੇ ਆ ਨਾ, ਇਹ ਸਾਰੇ ਨੇ ਆਪਣੇ ਮਨ ਵਿੱਚ ਜਾਣ ਲਏ, ਸਮਝ ਲਏ ਐ। ਕਰ ਬਿਬ ਬੰਦਤ ਬਨੈ
ਕਰ ਬਿਬ ਬੰਦਤ ਬਿਨੈ ਬਖਾਨੀ। ਦੋਵੇਂ ਹੱਥ ਜੋੜਿਆ ਤੇ ਬੇਨਤੀ ਕਰਨ ਲੱਗਾ ਹਰਦਾਸ ਵੈਦ। ਹਾਂ ਹੇਰੋ ਹੋਵੈ ਕਰ ਅਨਜਾਨੀ। ਕਹਿਣ ਲੱਗਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਮੈਂ ਤੇ ਆਪਣੇ ਆਪ ਨੂੰ ਬਜ਼ੁਰਗ ਸਮਝ ਕੇ, ਤੁਹਾਨੂੰ ਐਵੇਂ ਬਾਲਕ ਅਵਸਥਾ ਵਿੱਚ ਸਮਝ ਕੇ ਵੀ ਛੋਟੇ ਐ, ਮਹਾਰਾਜ ਅਣਜਾਨਾ ਬੇਸਮਝਾਂ ਵਾਂਗ ਹੀ ਵੇਖਦਾ ਰਿਹਾ, ਵੇਖਿਆ ਤੁਹਾਨੂੰ। ਜਸ ਇੱਛਾ ਕਰੀਏ ਤਸ ਲੀਲਾ। ਮਹਾਰਾਜ ਮੈਂ ਤੇ ਹੱਥ ਜੋੜ ਕੇ ਕਹਿਣਾ, ਤੁਸੀਂ ਤੇ ਮਹਾਨ ਹੋ, ਵੈਦਾਂ ਦੇ ਵੈਦ ਹੋ, ਜੈਸੀ ਤੁਹਾਡੀ ਇੱਛਾ ਉਸੇ ਤਰ੍ਹਾਂ ਲੀਲਾ ਕਰੀਏ। ਮਹਾਰਾਜ ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ। ਮਹਾਪੁਰਖ ਤੁਮ ਗੁਣੀ ਗਹੀਲਾ। ਤੁਸੀਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਵੱਡੇ ਗੁਣੀ ਹੈ ਤੇ ਵੱਡੇ ਮਹਾਂਪੁਰਖ ਹੋ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਮਹਾਰਾਜ ਜੰਮਣ ਮਰ ਦੀ ਫਾਈ ਕੱਟਣ ਵਾਲੇ ਤੁਸੀਂ ਦੇ ਵੱਡੇ ਵੈਦ ਹੋ, ਤੁਹਾਨੂੰ ਕਿਹੜਾ ਕਹੇ। ਤੁਮਰੇ ਬਚਨਨ ਮੋਹਿ ਅਬਿਦਿਆ। ਸੱਚੇ ਪਾਤਸ਼ਾਹ ਤੁਹਾਡੇ ਬਚਨਾਂ ਨੇ ਤੇ ਮੇਰੀ ਜਿਹੜੀ ਬੇਸਮਝੀ ਅਗਿਆਨ ਵਿਦਿਆ ਹੈ। ਬਾਨ ਲਾਛ ਜਿਉ ਕੀਨੀ ਭਿਦਿਆ। ਜਿਵੇਂ ਤੀਰ ਨਿਸ਼ਾਨੇ ਵਿੱਚ ਵੱਜ ਕੇ ਵਿੰਨ ਦਿੰਦਾ ਹੈ, ਮੇਰਾ ਹਿਰਦਾ ਵਿੰਨ ਦਿੱਤਾ ਤੁਹਾਡੇ ਬਚਨਾਂ ਨੇ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ। ਆਮੀ ਹੋਵਨਾ ਬਹੁਰ ਅਨਾਮੀ। ਆ ਜਿਹੜਾ ਰੋਗੀ ਹੋਣਾ ਹੈ ਤੇ ਅਰੋਗੀ ਹੋਣਾ ਮੁੜ। ਲੱਖ ਲੀਅ ਗਤ ਸਭ ਹੋਏ ਤਵ ਸਾਮੀ। ਤੁਹਾਡੀ ਸ਼ਰਨ ਵਾਲਾ ਹੋ ਕੇ ਮਹਾਰਾਜ ਮੈਂ ਤੇ ਸਭ ਕੁਝ ਹੀ ਜਾਣ ਲਿਆ ਹੈ ਕਿ ਤੁਸੀਂ ਮਹਾਨ ਹੋ। ਅਬ ਮੁਝ ਪਰ ਇਹ ਕਰੁਣਾ ਕਰੀਏ। ਤੁਹਾਡੀ ਸ਼ਰਨ ਪੈ ਕੇ ਮੈਂ ਸਾਰੀ ਹਾਲਤ ਜਾਣ ਲਈ ਹੈ, ਮਹਾਰਾਜ ਹੁਣ ਮੇਰੇ ਉੱਪਰ ਕਿਰਪਾ ਕਰੀਏ। ਮਨ ਕੋ ਰੋਗ ਸਗਲ ਪਰ ਹਰੀਏ। ਮਨ ਦਾ ਜਿਹੜਾ ਰੋਗ ਹੈ ਸਾਰੇ ਸੱਚੇ ਪਾਤਸ਼ਾਹ ਨਾਸ ਕਰ ਦੀਏ। ਮਨ ਨੇ ਬੜਾ ਦੁਖੀ ਕੀਤਾ ਹੈ। ਸ੍ਰੀ ਗੁਰ ਕਹਿਓ ਕਰੋ ਸਤ ਸੰਗਾ। ਮਹਾਰਾਜ ਕਹਿੰਦੇ ਹਰਦਾਸ ਵੈਦ ਤੂੰ ਕੁਝ ਨਾ ਕਰ, ਤੈਨੂੰ ਕੋਈ ਦਵਾਈ ਬਣਾਉਣ ਦੀ ਜ਼ਰੂਰਤ ਨਹੀਂ, ਤੂੰ ਇੱਕੋ ਇੱਕ ਕੰਮ ਕਰ, ਗੁਰੂ ਕੀ ਸਤ ਸੰਗਤ ਕਰ। ਦਿਨ ਥੋਰਨ ਮੈਂ ਹੋਵਹਿ ਭੰਗਾ। ਦਿਨਾਂ ਥੋੜਿਆਂ ਦੇ ਵਿੱਚ ਤੇਰੇ ਰੋਗ ਵੇਖਣਾ ਇਹ ਭੰਗ ਹੋ ਜਾਣਗੇ, ਟੁੱਟ ਭੱਜ ਨਾਸ ਹੋ ਜਾਣਗੇ। ਮਨ ਸੁਖ ਪਾਏ ਕਰੀ ਪਦ ਬੰਦਨ। ਇਹਨੇ ਸਤਿਗੁਰੂ ਦਾ ਬਚਨ ਸੁਣ ਕੇ ਮਨ 'ਚ ਸੁਖ ਪਾਇਆ ਤੇ ਮੱਥਾ ਟੇਕਦਾ ਬਾਰ-ਬਾਰ ਹਰਦਾਸ। ਮਹਿਮਾ ਜਾਨੀ ਕੁਮਤ ਨਿਕੰਦਨ। ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਂ ਤੁਹਾਡੀ ਮਹਿਮਾ ਵਡਿਆਈ ਜਾਣ ਲਈ, ਤੁਸੀਂ ਤੇ ਖੋਟੀ ਮੱਤ ਨੂੰ ਮਾਰ ਹੀ ਦੇਣ ਵਾਲੇ, ਕੱਟ ਹੀ ਦੇਣ ਵਾਲੇ ਹੋ ਮਹਾਨ ਗੁਰੂ। ਗਇਓ ਸਦਨ ਸੇਵਿਓ ਸਤ ਸੰਗਾ। ਐਵੇਂ ਸਤ ਆਪਣੇ ਘਰ ਚਲਾ ਗਿਆ ਹੈ ਤੇ ਸਤਿਗੁਰ ਦੀ ਸੇਵਾ ਕਰਨ ਲੱਗ ਪਿਆ। ਜਾ ਕੇ ਘਰ ਚਲਾ ਗਿਆ ਤੇ ਸੰਤਾਂ ਦੀ ਸੇਵਾ ਕਰਦਾ ਹਰਦਾਸ ਵੈਦ। ਮੁਖ ਚਿਤ ਪਾ ਉਰ ਭ੍ਰਮ ਭੰਗਾ। ਮੁਖ ਐਵੇਂ ਜਿਹੜਾ ਹਰਦਾਸ ਵੈਦ ਦੇ ਹਿਰਦੇ ਦਾ ਭਰਮ ਨਾਸ ਹੋ ਗਿਆ, ਮੁਕਤੀ ਦੇ ਯੋਗ ਹੋ ਗਿਆ ਹਰਦਾਸ ਵੈਦ। ਦੋਹਰਾ ਅਸ ਬਿਦ ਬੈਦ ਉਦਾਰ ਕਰ। ਇਸ ਤਰ੍ਹਾਂ ਨਾਲ ਹਰਦਾਸ ਵੈਦ ਆਪਣਾ ਉਧਾਰ ਕਰਕੇ ਸ੍ਰੀ ਗੁਰ ਕਰਨਾ ਖਾਨਾ। ਗੁਰੂ ਜੀ ਇਸ ਤਰ੍ਹਾਂ ਵੈਦ ਦਾ ਉਧਾਰ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਜੋ ਕਿਰਪਾ ਦਇਆ ਦੀ ਖਾਨ ਖਜ਼ਾਨੇ ਹੈ। ਸਦਾ ਬਦਨ ਤੇ ਨਾਮ ਜਪ। ਸਦਾ ਹੀ ਭਾਈ ਹੋਰ ਵਿਚਾਰਾਂ ਨੂੰ ਛੱਡ ਕੇ ਪਰਮੇਸ਼ਰ ਦੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਜਪ। ਤਰਹੁ ਹਿਰਦੇ ਨਿਤ ਧਿਆਨ। ਹਿਰਦੇ ਵਿੱਚ ਬਸ ਸਾਰੇ ਧਿਆਨ ਛੱਡ ਦੇ, ਦੇਵੀ ਦੇਵਤਿਆਂ ਦੇ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ, ਤੇਰਾ ਪਾਰ ਉਤਾਰਾ ਹੋ ਜੂ ਹੈ ਮਨੁੱਖ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਵੈਦ ਪ੍ਰਸੰਗ ਵਰਣਨ ਨਾਮ ਤ੍ਰਿਯੋਦਸ਼ਮ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਭਾਗ ਦਾ ਪਹਿਲਾ ਅੱਧਾ ਹਿੱਸਾ, ਜਿਹਦੇ ਵਿੱਚ ਵੈਦ ਨੂੰ ਗੁਰੂ ਜੀ ਨੇ ਸਿੱਖਿਆ ਦੇ ਕੇ ਨਿਹਾਲ ਕੀਤਾ, ਬ੍ਰਹਮ ਗਿਆਨੀ ਬਣਾਇਆ, ਉਹ ਪ੍ਰਸੰਗ 13ਵਾਂ ਇੱਥੇ ਦੀ ਸਮਾਪਤੀ ਹੋਈ ਹੈ। ਸਤਿਗੁਰੂ ਜੀ ਨੇ ਮਹਾਨ ਉਪਦੇਸ਼ ਹਰਦਾਸ ਵੈਦ ਦੇ ਰਾਹੀਂ ਸਾਨੂੰ ਦਿੱਤਾ ਹੈ। ਗੁਰੂ ਜੀ ਨੇ ਸਾਨੂੰ ਵੀ ਸਿੱਖਿਆ ਦਿੱਤੀ ਹੈ ਕਿ ਇੱਕ ਤੇ ਬਾਹਰੀਆਂ ਖੰਘਾਂ ਖੁੰਘਾਂ ਜੀਆਂ ਹੈ ਭਾਈ, ਜਿਹੜੀ ਅੰਦਰ ਦੀ ਖੰਘ ਹੈ ਨਾ, ਜਿਹੜੀ ਨਿੰਦਿਆ ਕਰਨੀ ਹੈ, ਐਵੇਂ ਆਪਣੇ ਆਪ ਆਤਮਾ ਨੂੰ ਅਨਾਤਮਾ ਸਮਝਣਾ ਹੈ, ਅਨਾਤਮਾ ਨੂੰ ਆਤਮਾ ਸਮਝਣਾ ਹੈ। ਇਹਨਾਂ ਰੋਗਾਂ ਨੂੰ ਤੂੰ ਜਿਹੜਾ ਛੱਡ, ਫਿਰ ਤੂੰ ਜਿਹੜਾ ਗੁਰੂ ਦੇ ਬਚਨਾਂ ਵਿੱਚ ਸਫਲ ਹੋ ਸਕੇਗਾ। ਸਤਿਗੁਰੂ ਜੀ ਦੀ ਮਹਾਨ
ਕਥਾ ਹੈ। ਕਥਾ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੈ। ਇੱਥੇ ਤੇ ਇੱਕ ਸ਼ਬਦ ਆਇਆ ਹੈ। ਮਲਾਰ ਰਾਗ ਦੇ ਵਿੱਚ 2 ਹੋਰ ਸ਼ਬਦ ਗੁਰੂ ਜੀ ਨੇ ਹਰਦਾਸ ਵੈਦ ਦੇ ਤਾਈਂ ਉਚਾਰਨ ਕੀਤੇ ਸੀ। ਸਮਾਂ ਤਕਰੀਬਨ ਆਪਣਾ ਪੂਰਾ ਹੋ ਗਿਆ। ਉਹ ਜਿਹੜੇ ਸ਼ਬਦ ਗੁਰੂ ਜੀ ਨੇ ਹਰਦਾਸ ਵੈਦ ਦੇ ਤਾਈਂ ਮਲਾਰ ਰਾਗ ਦੇ ਵਿੱਚ ਉਚਾਰਨ ਕੀਤੇ ਹੈ, ਉਹਨਾਂ ਦੀ ਵਿਚਾਰ ਆਪਾਂ ਸੂਖਮ ਰੂਪ ਵਿੱਚ ਆਪਾਂ ਕੱਲ੍ਹ ਕਰ ਲਵਾਂਗੇ। ਹੁਣ ਇੱਥੇ ਸਮੇਂ ਦੀ ਸਮਾਪਤੀ, ਕਥਾ ਦੀ ਵੀ ਸਮਾਪਤੀ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਅਸ ਬਿਦ ਬੈਦ ਉਦਾਰ ਕਰ, ਸ਼੍ਰੀ ਗੁਰ ਕਰਨਾ ਖਾਨ। ਸਦਾ ਬਦਨ ਤੇ ਨਾਮ ਜਪ, ਤਰਹੁ ਹਿਰਦੇ ਨਿਤ ਧਿਆਨ। ਇਤ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਦੇ, ਵੈਦ ਪ੍ਰਸੰਗ ਵਰਣਨ ਨਾਮ ਤ੍ਰਿਯੋਦਸ਼ਮੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ, ਹੇ ਸਰਬ ਮੈਂ ਦੁਖ ਭੰਜਨ ਗੁਣਤਾਸ। ਹੇ